ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਅਮਰੀਕਾ ਦੇ ਵਿੱਚ ਫੀਨਿਕਸ ਇੱਕ ਜਗ੍ਹਾ ਹੈ, ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਪਿਛਲੇ 20 ਸਾਲਾਂ ਦਾ ਰਿਕਾਰਡ ਟੁੱਟ ਗਿਆ। 48 ਡਿਗਰੀ ਸੈਲਸੀਅਸ ਸਵੇਰ ਵੇਲੇ ਤਾਪਮਾਨ ਹੈ, 32 ਡਿਗਰੀ ਸੈਲਸੀਅਸ ਰਾਤ ਵੇਲੇ ਤਾਪਮਾਨ ਹੈ। ਲੋਕ ਸਿਰਫ ਜ਼ਰੂਰੀ ਕੰਮਾਂ ਵਾਸਤੇ ਘਰੋਂ ਬਾਹਰ ਨਿਕਲਦੇ ਨੇ। ਦੁਪਹਿਰ ਨੂੰ ਤਾਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਸੋ ਇਹ ਸਭ ਕਿਉਂ ਵੱਧ ਰਿਹਾ, ਅਸੀਂ ਸਾਰੇ ਜਾਣਦੇ ਹਾਂ। ਗਲੋਬਲ ਵਾਰਮਿੰਗ ਅਸੀਂ ਸਾਰੇ ਜਾਣਦੇ ਹਾਂ ਕਿ ਗ੍ਰੀਨ ਹਾਊਸ ਇਫੈਕਟ ਅਸੀਂ ਸਾਰੇ ਜਾਣਦੇ ਹਾਂ ਕਿ ਪੂਰੀ ਤਪਸ਼ ਵੱਧਦੀ ਪਈ ਆ ਪੂਰੀ ਦੁਨੀਆ ਦੀ, ਕਿਉਂਕਿ ਅਸੀਂ ਕੁਦਰਤ ਨਾਲ ਛੇੜਖਾਨੀ ਕੀਤੀ ਹੈ ਅਤੇ ਅਸੀਂ ਉਹਦਾ ਨਤੀਜਾ, ਉਹਦਾ ਖਾਮਿਆਜ਼ਾ ਭੁਗਤਦੇ ਪਏ ਹਾਂ। ਆਉਣ ਵਾਲੀਆਂ ਪੀੜ੍ਹੀਆਂ ਇਸ ਤਰ੍ਹਾਂ ਜੇ ਇਹ ਸਭ ਸਹਿਣਗੀਆਂ ਤਾਂ ਸਾਨੂੰ ਚੰਗਾ ਇਨਸਾਨ ਨਹੀਂ ਸਮਝਣਗੀਆਂ ਕਿ ਸਾਡੇ ਪੁਰਖਿਆਂ ਨੇ ਸਾਡੇ ਨਾਲ ਜੋ ਸਲੂਕ ਕੀਤਾ, ਬੁਰਾ ਕੀਤਾ। ਕਿਉਂਕਿ ਸਾਡੇ ਪੁਰਖਿਆਂ ਨੇ ਸਾਰੀ ਪ੍ਰਕਿਰਤੀ ਨੂੰ ਸੰਭਾਲ ਕੇ ਰੱਖਿਆ, ਪਰ ਅਸੀਂ ਸੰਭਾਲ ਕੇ ਨਹੀਂ ਰੱਖਿਆ। ਇਸ ਕਰਕੇ ਆਉਣ ਵਾਲੀ ਜਨਰੇਸ਼ਨ ਕਹੇਗੀ ਕਿ ਸਾਡੇ ਪੁਰਖੇ ਅਕਲ ਵਾਲੇ ਨਹੀਂ ਸਨ, ਇਸ ਕਰਕੇ ਉਹਨਾਂ ਨੇ ਸਾਨੂੰ ਪ੍ਰਕਿਰਤੀ, ਪਰਿਆਵਰਣ, ਐਨਵਾਇਰਮੈਂਟ ਸਾਂਭ ਸੰਭਾਲ ਕੇ ਨਹੀਂ ਦਿੱਤੀ। ਅਸੀਂ ਜਾਣਦੇ ਹਾਂ ਕਈ ਸਪੀਸ਼ੀਜ਼ ਖਤਮ ਹੋ ਚੁੱਕੀਆਂ ਨੇ, ਕਈ ਐਨੀਮਲਸ ਦੀਆਂ ਸਪੀਸ਼ੀਜ਼, ਕਈ ਪਲਾਂਟਸ, ਕਈ ਟਰੀਜ਼, ਇਹ ਸਪੀਸ਼ੀਜ਼ ਖਤਮ ਹੋ ਚੁੱਕੀਆਂ ਨੇ, ਮੁੜ ਕੇ ਨਹੀਂ ਆਉਣਗੀਆਂ। ਸੋ ਕਦੋਂ ਸੁਧਰਾਂਗੇ, ਕਦੋਂ ਅਸੀਂ ਚੰਗੇ ਇਨਸਾਨ ਬਣਾਂਗੇ? ਜਿਹੜੀਆਂ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਾਨਫਰੰਸਿਸ ਹੁੰਦੀਆਂ ਨੇ, ਉਹਦੇ ਵਿੱਚ ਇਹ ਸਾਰੀ ਡਿਸਕਸ਼ਨਸ ਹੁੰਦੀ ਰਹਿੰਦੀ ਹੈ। ਨਾਲ ਬਜਟ ਵੀ ਰੱਖਿਆ ਜਾਂਦਾ ਹੈ ਕਿ ਅਸੀਂ ਧਰਤੀ ਨੂੰ ਕਿੱਦਾਂ ਸਾਂਭੀਏ, ਕਿੱਦਾਂ ਸੰਭਾਲੀਏ। ਗਵਰਨਮੈਂਟਸ ਆਪਣਾ ਕੰਮ ਕਰ ਰਹੀਆਂ ਨੇ, ਅਸੀਂ ਕਿਉਂ ਨਹੀਂ ਆਪਣਾ ਕੰਮ ਕਰਦੇ? ਜਿੱਥੇ ਵੀ ਬੈਠੇ ਹਾਂ ਅਸੀਂ ਆਪਣਾ 1% ਕੰਟਰੀਬਿਊਸ਼ਨ ਦੇ ਸਕਦੇ ਹਾਂ ਸਾਰੇ ਵਾਤਾਵਰਣ ਨੂੰ ਠੀਕ ਰੱਖਣ ਵਾਸਤੇ। 1% ਕੰਟਰੀਬਿਊਸ਼ਨ ਹਰ ਇਨਸਾਨ ਦੇਵੇ ਤਾਂ ਵਾਕਈ ਧਰਤੀ ਬਹੁਤ ਵਧੀਆ ਬਣ ਸਕਦੀ ਹੈ, ਹੈਵਨ ਬਣ ਸਕਦੀ ਆ, ਔਰ ਪ੍ਰਕਿਰਤੀ ਨੂੰ ਅਸੀਂ ਸੰਭਾਲ ਕੇ ਰੱਖ ਸਕਦੇ ਹਾਂ। ਔਰ ਇੱਦਾਂ ਦੀਆਂ ਘਟਨਾਵਾਂ, ਤਪਸ਼ ਦੀ, ਪ੍ਰਕਿਰਤਿਕ ਆਫਤਾਂ ਜਿਹੜੀਆਂ ਅਸੀਂ ਦੇਖਦੇ ਹਾਂ, ਡਿਜ਼ਾਸਟਰਸ ਆ ਗਏ ਨੇ, ਉਹਨਾਂ ਤੋਂ ਵੀ ਬਚਾਅ ਹੋ ਸਕਦਾ ਹੈ। ਇਸ ਕਰਕੇ ਅਕਲ ਨਾਲ ਕੰਮ ਲਈਏ, ਸੰਭਲ ਜਾਈਏ। ਇਟ ਇਜ਼ ਨਾਓ ਔਰ ਨੈਵਰ। ਇੱਕ ਆਦੀਵਾਸੀ ਪੋਇਟ ਨੇ, ਉਹਨਾਂ ਨੇ ਲਿਖਿਆ ਕਿ ਇਨਸਾਨ ਨੂੰ ਸ਼ਾਇਦ ਉਦੋਂ ਅਕਲ ਆਏਗੀ ਜਦੋਂ ਧਰਤੀ ਦਾ ਆਖਰੀ ਰੁੱਖ ਕੱਟ ਦਿੱਤਾ ਜਾਏਗਾ, ਆਖਰੀ ਨਦੀ ਸੁੱਕ ਜਾਏਗੀ, ਆਖਰੀ ਮੱਛੀ ਫੜ ਲਈ ਜਾਏਗੀ, ਅਤੇ ਉਦੋਂ ਸਾਨੂੰ ਪਤਾ ਲੱਗੇਗਾ ਕਿ ਜੋ ਅਸੀਂ ਸਾਰੀ ਪ੍ਰਕਿਰਤੀ ਨੂੰ ਪੈਸੇ ਦੇ ਵਿੱਚ ਬਦਲ ਦਿੱਤਾ ਹੈ, ਪੈਸਾ ਕਮਾਉਣ ਦੀ ਦੌੜ ਦੇ ਵਿੱਚ ਸਾਰੇ ਵਾਤਾਵਰਣ ਨੂੰ ਪੈਸੇ ਦੇ ਵਿੱਚ ਬਦਲ ਦਿੱਤਾ ਹੈ, ਉਸ ਪੈਸੇ ਨੂੰ ਅਸੀਂ ਖਾ ਨਹੀਂ ਸਕਦੇ। ਜਿਉਂਦੇ ਕਿਵੇਂ ਰਵਾਂਗੇ? ਨਾ ਪਾਣੀ, ਨਾ ਖਾਣ ਪੀਣ ਨੂੰ ਕੁਝ। ਜੇ ਖਾਣ ਪੀਣ ਦੀ ਗੱਲ ਕਰੀਏ ਤਾਂ ਕਾਲਾ ਸਾਗਰ ਐਗਰੀਮੈਂਟ ਜੋ ਰਸ਼ੀਆ ਨੇ ਤੋੜ ਦਿੱਤਾ, ਉਸ ਤੋਂ ਬਾਅਦ ਹੁਣ ਭਾਰਤ ਨੇ ਪਾਬੰਦੀ ਲਗਾ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਕਿਸਮ ਦਾ ਚਾਵਲ, ਰਾਈਸ ਸਪਲਾਈ ਹੋਣ 'ਤੇ ਬੈਨ ਲੱਗ ਜਾਏਗਾ। ਔਰ ਇੱਦਾਂ ਦੀ ਨਿਊਜ਼ ਆਉਂਦੇ ਹੀ ਅਮਰੀਕਾ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੌਲਾਂ ਦੀ ਕੀਮਤ ਵਧਣੀ ਸ਼ੁਰੂ ਹੋ ਗਈ ਹੈ, ਜੋ ਭਾਰਤ ਤੋਂ ਅਮਰੀਕਾ ਇੰਪੋਰਟ ਕਰਦਾ ਹੈ। ਸ਼ਾਪਿੰਗ ਮਾਲਸ ਦੇ ਵਿੱਚ ਜੋ ਭਾਰਤੀ ਕਈ ਬੋਰੀਆਂ ਖਰੀਦ ਕੇ ਆਪਣੇ ਘਰ ਸਟਾਕ ਕਰ ਰਹੇ ਨੇ, ਜੋ ਭਾਰਤੀ ਅਮਰੀਕਾ ਦੇ ਵਿੱਚ ਵਸਦੇ ਨੇ। ਇਹ ਵੀ ਨਿਊਜ਼ ਮਿਲ ਰਹੀ ਹੈ। ਸੋ ਇਹ ਰਾਜਨੀਤਿਕ ਕਾਰਨ ਹੋ ਸਕਦੇ ਨੇ। ਜੋ ਕਾਲਾ ਸਾਗਰ, ਬਲੈਕ ਸੀ ਦੀ ਜੋ ਟਰੀਟੀ ਰਸ਼ੀਆ ਨੇ ਤੋੜ ਦਿੱਤੀ ਹੈ, ਇਸ ਕਰਕੇ ਇੰਡੀਆ ਨੂੰ ਇਹ ਬੈਨ ਲਗਾਉਣਾ ਪੈ ਰਿਹਾ ਹੈ, ਔਰ ਇਸ ਦਾ ਖਾਮਿਆਜ਼ਾ ਪੂਰੇ ਵਿਸ਼ਵ ਦੇ ਭਾਈਚਾਰੇ ਨੂੰ ਭੁਗਤਣਾ ਪੈ ਸਕਦਾ ਹੈ। ਸੋ ਇਹ ਰਾਜਨੀਤਿਕ ਕਾਰਨ ਨੇ, ਇੱਕ ਪਾਸੇ ਪ੍ਰਕਿਰਤਿਕ ਕਾਰਨ ਨੇ। ਦੋਵੇਂ ਪਾਸੇ ਹੀ ਅਸੀਂ ਆਪਣੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤਦੇ ਪਏ ਹਾਂ। ਚਾਹੇ ਅਸੀਂ ਵਾਤਾਵਰਣ ਨਾਲ ਖਿਲਵਾੜ ਕਰਦੇ ਹਾਂ, ਚਾਹੇ ਅਸੀਂ ਰਾਜਨੀਤਿਕ ਕਾਰਨ ਪੈਦਾ ਕਰਦੇ ਹਾਂ, ਅਸੀਂ ਖੁਦ ਕਸੂਰਵਾਰ ਹਾਂ ਆਪਣੀ ਮਨ ਦੀ ਹਾਲਤ ਦੇ ਵਾਸਤੇ। ਹੁਣ ਵੱਧਦੇ ਹਾਂ ਆਪਣੇ ਭਾਰਤ ਦੇ ਮੁੱਦਿਆਂ ਵੱਲ, ਆਪਣੇ ਪੰਜਾਬ ਦੇ ਮੁੱਦਿਆਂ ਦੇ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਬਲਕਾਰ ਜੀ, ਹਾਂ, ਤੁਸੀਂ ਵਿਸ਼ਵ ਭਰ ਦੀਆਂ ਗੱਲਾਂ ਕੀਤੀਆਂ, ਉਹਦੇ ਵਿੱਚ ਅਮਰੀਕਾ, ਕੈਨੇਡਾ, ਸਾਰਾ ਕੁਝ ਵਾਤਾਵਰਣ ਜਿਹੜਾ ਉੱਥੇ ਖਰਾਬ ਹੋ ਰਿਹਾ, ਉਹ ਕੇਵਲ ਉਹਨਾਂ ਵਿੱਚ ਨਹੀਂ ਹੈਗਾ, ਭਾਰਤ ਦਾ ਵਾਤਾਵਰਣ ਵੀ ਖਰਾਬ ਹੈਗਾ। ਔਰ ਇੱਥੇ ਸਿਰਫ ਵਾਤਾਵਰਣ ਧਰਤੀ ਦਾ ਨਹੀਂ ਗਾ, ਮਨੁੱਖੀ ਸੋਚ ਵਿੱਚ ਵੀ ਇਸ ਤਰ੍ਹਾਂ ਦਾ ਜਿਹੜਾ ਮਾੜਾ ਕੰਮ ਆ ਗਿਆ, ਜਿਹਦੇ ਵਿੱਚ ਨੀਤੀ ਜਿਹੜੀ ਖਰਾਬ ਹੋ ਰਹੀ ਆ, ਔਰ ਸਮਾਜ ਵਿੱਚ ਜੋ ਉਥਲ ਪਥਲ ਹੋ ਰਹੀ ਆ, ਉਹਦਾ ਵੀ ਜਿਹੜਾ ਭਾਰੂਪਨ ਆ ਉਹ ਮਨੁੱਖ ਦੇ ਉੱਪਰ ਹੀ ਥੱਪਿਆ ਜਾਂਦਾ। ਜੇ ਵਾਤਾਵਰਣ ਖਰਾਬ ਹੈ, ਜਦੋਂ ਰੁੱਤਾਂ ਵੇਲੇ ਸਿਰ ਨਹੀਂ ਆਉਂਦੀਆਂ। ਜੇ ਮੌਨਸੂਨ ਦੀ ਗੱਲ ਕਰੀਏ ਤਾਂ ਵੀ 8 ਦਿਨ ਪਹਿਲੋਂ ਆ ਗਈ ਹੈ ਮੌਨਸੂਨ। ਜੇ ਸਰਦੀ ਦੀ ਗੱਲ ਕਰਦੇ ਹਾਂ ਤਾਂ ਸਰਦੀ ਵੀ ਉਸ ਟਾਈਮ ਨਾਲ ਨਹੀਂ ਰਹਿੰਦੀ ਜਿੱਥੇ ਹੁੰਦੀ ਹੈ। ਹੁਣ ਸਾਵਣ ਦਾ ਮਹੀਨਾ ਇਹ ਥੋੜ੍ਹਾ ਭਾਵੇਂ ਲੇਟ ਬਾਰਿਸ਼ ਹੋ ਰਹੀ ਹੈ, ਬਾਰਿਸ਼ ਪਹਿਲਾਂ ਹੀ ਹੋ ਗਈ ਹੈ। ਲੱਗਦਾ ਸਾਉਣ ਦੀਆਂ ਝੜੀਆਂ 8-8 ਦਿਨ ਝੜੀਆਂ ਲੱਗਦੀਆਂ ਸੀ। ਤੁਸੀਂ ਗਲੋਬਲ ਵਾਰਮਿੰਗ ਦੀ ਗੱਲ ਕੀਤੀ ਆ, ਜਿਹਦੇ ਵਿੱਚ ਵਿਸ਼ਵ ਭਰ ਵਿੱਚ ਗਰਮੀ ਆ, ਔਰ ਉਹਦੇ ਵਿੱਚ ਇਸ ਵੇਲੇ ਵੈਨਕੂਵਰ ਦਾ ਏਰੀਆ ਜਾਂ ਜਿਹੜਾ ਅਸੀਂ ਗੱਲ ਕਰਦੇ ਹਾਂ
ਬ੍ਰਿਟਿਸ਼ ਕੋਲੰਬੀਆ, ਉਹਦੇ ਵਿੱਚ ਪੂਰੀ ਗਰਮੀ ਆ। ਔਰ ਉਹਦੇ ਨਾਲ ਤੁਸੀਂ ਅਮਰੀਕਾ ਦੀ ਗੱਲ ਕੀਤੀ, ਸਿਆਟਲ ਦਾ ਏਰੀਆ ਗਰਮ ਆ, ਔਰ ਸਾਡਾ ਪੰਜਾਬ ਉਦੋਂ ਗਰਮ ਸੀ। ਪਰ ਹੁਣ ਬਾਰਿਸ਼ ਨਾਲ ਰਾਹਤ ਮਿਲੀ ਆ, ਬਾਰਿਸ਼ ਨਾਲ ਥੋੜ੍ਹਾ ਜਿਹਾ ਮੌਸਮ ਤਾਂ ਗਿਆ ਬਦਲ, ਪਰ ਜਿਹੜਾ ਨੁਕਸਾਨ ਹੋ ਰਿਹਾ ਲੋਕਾਂ ਦਾ, ਜੋ ਹੜ੍ਹ ਦੇ ਨਾਲ ਮਾਰੇ ਜਾ ਰਹੇ ਲੋਕ, ਜੋ ਲੋਕਾਂ ਦੇ ਵਿੱਚ ਜਿਹੜੇ ਡੰਗਰ ਪਾਲਦੇ ਸੀ, ਢੱਗਾ ਵੱਛਾ ਪਾਲਦੇ ਸੀ, ਉਹਨਾਂ ਨੂੰ ਪੱਠੇ ਪਾਉਣੇ ਵੀ ਬਹੁਤ ਮੁਸ਼ਕਲ ਹੋ ਗਏ ਆ। ਔਰ ਲੋਕ ਇਸ ਵੇਲੇ ਵਿਚਾਰੇ ਆਪਣੀ ਜਾਨ ਤੇ ਖੇਡ ਰਹੇ। ਬਿਲਕੁਲ। ਇੱਕ ਦੋਸਤ ਮੈਨੂੰ ਮਿਲਿਆ ਤੇ ਸਵੇਰ ਵੇਲੇ ਮੈਨੂੰ ਕਹਿੰਦਾ ਬੜਾ ਸੁਹਾਣਾ ਮੌਸਮ ਹੈ। ਮੈਂ ਕਿਹਾ ਤੂੰ ਇਦਾਂ ਦੇ ਸ਼ਬਦ ਕਿੱਦਾਂ ਇਸਤੇਮਾਲ ਕਰ ਸਕਦਾ ਹੈ ਜਦੋਂ ਕਿ ਲੋਕ ਡੁੱਬਦੇ ਪਏ ਨੇ, ਮਰਦੇ ਪਏ ਨੇ, ਹੜ੍ਹ ਆਏ ਹੋਏ ਨੇ। ਜਲੰਧਰ ਦਾ ਹੋਣਾ ਮੌਸਮ ਨਹੀਂ ਹੈ, ਜਲੰਧਰ 'ਚ ਰਹਿੰਦਾ ਹੋਣਾ, ਠੀਕ ਹੈ ਨਾ। ਜੇ ਸ਼ਾਹਕੋਟ ਦਾ ਹੁੰਦਾ ਜਾਂ ਲੋਹੀਆਂ ਦਾ ਹੁੰਦਾ ਫਿਰ ਨਹੀਂ ਗੱਲ ਕਹਿੰਦਾ। 21 ਤੋਂ 24 ਜੁਲਾਈ ਤੱਕ ਫਿਰ ਤੋਂ ਅਲਰਟ ਜਾਰੀ ਕੀਤਾ ਹੈ ਪੰਜਾਬ ਸਰਕਾਰ ਨੇ, ਮੌਸਮ ਵਿਭਾਗ ਨੇ, ਕਿ ਮੀਂਹ ਦੀ ਮਾਰ ਹੇਠ ਜਿਹੜੇ ਲੋਕ ਨੇ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਪਤਲੀ ਹੋ ਸਕਦੀ ਹੈ, ਹੋਰ ਜ਼ਿਆਦਾ ਉਹਨਾਂ ਦੇ ਉੱਤੇ ਮੁਸੀਬਤਾਂ ਆ ਸਕਦੀਆਂ ਨੇ। ਕਿਉਂਕਿ ਜੇ ਪਾਣੀ ਦਾ ਪੱਧਰ ਫਿਰ ਵੱਧ ਗਿਆ, ਬਾਰਿਸ਼ ਜ਼ਿਆਦਾ ਹੋਣ ਕਰਕੇ ਫਿਰ ਕੀ ਕੀਤਾ ਜਾਏਗਾ। ਔਰ ਮੀਂਹ ਦੀ ਮਾਰ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਝੋਨਾ ਖਰਾਬ ਹੋ ਗਿਆ ਹੈ, ਫ੍ਰੀ ਝੋਨੇ ਦੀ ਪਨੀਰੀ ਸਰਕਾਰ ਦੇ ਰਹੀ ਹੈ, ਕਈ ਜਥੇਬੰਦੀਆਂ ਵੀ ਨਾਲ ਆ ਚੁੱਕੀਆਂ ਨੇ, ਲੰਗਰ ਲਾਏ ਜਾ ਰਹੇ ਨੇ, ਹਰ ਤਰ੍ਹਾਂ ਦੀ ਸਹਾਇਤਾ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ, ਗੁਰੂ ਸਾਹਿਬਾਨ ਦੀ ਕਿਰਪਾ ਹੈ, ਹਰ ਤਰ੍ਹਾਂ ਦੀ ਸਹਾਇਤਾ ਮਿਲਦੀ ਪਈ ਹੈ। ਔਰ ਪੰਜਾਬੀ ਤਾਂ ਬਾਕੀ ਥਾਵਾਂ ਤੇ ਬਾਕੀ ਮੁਲਕਾਂ ਦੇ ਵਿੱਚ ਵੀ ਜਾ ਕੇ ਸਹਾਇਤਾ ਵਾਸਤੇ ਪਹੁੰਚ ਜਾਂਦੇ ਨੇ। ਸੋ ਪੰਜਾਬ ਦੇ ਅੰਦਰ ਇਹ ਸਹਾਇਤਾ ਤਾਂ ਪਹੁੰਚ ਰਹੀ ਹੈ, ਪਰ ਕੁਦਰਤੀ ਆਫਤਾ ਹੈ, ਕੁਦਰਤੀ ਵਿਪਤਾ ਹੈ, ਤੇ ਹੁਣ ਇਹ ਵੀ ਖਤਰਾ ਬਣਿਆ ਹੋਇਆ ਕਿ ਕੋਈ ਬਿਮਾਰੀਆਂ ਨਾ ਫੈਲ ਜਾਣ। ਜਿਉਂ-ਜਿਉਂ ਪਾਣੀ ਥੱਲੇ ਉਤਰੇਗਾ, ਗੰਦਗੀ ਵੀ ਹੋਏਗੀ ਤੇ ਬਿਮਾਰੀਆਂ ਵੀ ਫੈਲ ਸਕਦੀਆਂ ਨੇ। ਮੱਛਰ ਤੇ ਬਹੁਤ ਜ਼ਿਆਦਾ ਹੈ। ਹਾਂ, ਹੁਣੇ ਜਿਹੜੀ ਰੀਸੈਂਟਲੀ ਕੱਲ੍ਹ ਬੜੀ ਭਰਵੀਂ ਬਾਰਿਸ਼ ਹੋਈ ਆ, ਸਾਰੀ ਦਿਹਾੜੀ ਮੀਂਹ ਪੈਂਦਾ ਰਿਹਾ। ਉਹਦੇ ਨਾਲ ਜਿੱਥੇ ਜਿੱਥੇ ਕੁਝ ਰਾਤ ਸੀਗੀ, ਜਿੱਥੇ ਜਿੱਥੇ ਲੋਕਾਂ ਨੇ ਬੰਨ੍ਹ ਮਾਰ ਕੇ ਪਾਣੀ ਰੋਕ ਲਿਆ ਸੀਗਾ, ਉਹਦਾ ਥੋੜ੍ਹਾ ਜਿਹਾ ਉਹਨਾਂ ਨੂੰ ਸੁੱਖ ਚੈਨ ਨਾਲ ਨੀਂਦ ਆਈ ਸੀ। ਪਰ ਉਹਦੋਂ ਬਾਅਦ ਫਿਰ ਬਾਰਿਸ਼ ਹੋ ਗਈ, ਬਾਰਿਸ਼ ਨਾਲ ਫਿਰ ਉਹੀ ਨੁਕਸਾਨ, ਫਿਰ ਉਹੀ ਪਾਣੀ ਦਾ ਬਹਾਵ, ਨੀਵੇਂ ਇਲਾਕੇ ਫਿਰ ਉੱਜੜ ਗਿਆ। ਔਰ ਇਹਦੇ ਵਿੱਚ ਪਿੰਡ ਘੱਟੋ ਘੱਟ 5000 ਤੋਂ ਵੱਧ ਪਿੰਡ ਜਿਹੜਾ ਪੰਜਾਬ ਦਾ ਵਾ ਇਸ ਤਰਾਸਦੀ ਦਾ ਸ਼ਿਕਾਰ ਹੋ ਗਿਆ। ਔਰ ਇਹਦੇ ਵਿੱਚ ਜ਼ਿਆਦਾ ਮੀਂਹ ਪੈਣ ਦੀ ਤਾਂ ਹਾਲਤ ਹੈ ਹੀ ਆ। ਪਾਣੀ ਜਿਹੜਾ ਦਰਿਆਵਾਂ ਦਾ, ਘੱਗਰ ਦਰਿਆ ਉਛਾਲ ਆ ਗਿਆ, ਉਹਦੇ 'ਚ ਬਿਆਸ ਦਰਿਆ ਦੇ ਵਿੱਚ ਵੀ ਆ ਗਿਆ। ਕੁਝ ਏਰੀਏ ਜਿਹੜੇ ਨਾਲ ਦੇ, ਜਿਹਨੂੰ ਮੰਡ ਅਸੀਂ ਕਹਿੰਦੇ ਹਾਂ, ਉਹ ਖੇਤ ਉੱਜੜ ਗਿਆ, ਜਿਹਦੇ ਵਿੱਚ ਪਾਣੀ ਦੇ ਰੋੜ ਨਾਲ ਝੋਨੇ ਬਰਬਾਦ ਹੋ ਗਏ। ਮੱਕੀ ਜਿਹੜੀ ਲੱਗੀ ਸੀ, ਉਹ ਪੱਠੇ ਲਾਏ ਸੀ ਜਿਹੜੇ, ਉਹ ਬਰਬਾਦ ਹੋ ਗਏ ਆ। ਔਰ ਅੱਗੇ ਦੱਸਿਆ ਕਿ ਜਿੰਨੇ ਪਸ਼ੂਆਂ ਨੂੰ ਪੱਠੇ ਪੁੱਠੇ ਪਾਉਣੇ ਸੀ ਉਹ ਵੀ ਨਹੀਂ ਮਿਲ ਰਹੇ। ਪਰ ਇੱਥੋਂ ਦੇ ਨੌਜਵਾਨਾਂ ਨੇ, ਇੱਕ ਜਥੇਬੰਦੀ, ਉਹਨਾਂ ਨੇ ਆਪਣੀ, ਅੱਗੇ ਵੀ ਦੱਸਿਆ ਆਪਾਂ, ਕਿ ਉਹਨਾਂ ਨੇ ਟੋਕੇ ਲਾਤੇ ਆ, ਪੱਠੇ ਲਿਆ ਰਹੇ ਸੁੱਕੇ ਥਾਂ ਤੋਂ, ਉਹਨਾਂ ਨੂੰ ਕੁਤਰ ਕੇ ਟਰਾਲੀਆਂ 'ਚ ਪਾ ਕੇ ਉਹਨਾਂ ਨੇ ਆਪਣਾ ਫੋਨ ਨੰਬਰ ਦੇ ਦਿੱਤਾ ਵੀ ਇੱਥੇ ਕੰਟੈਕਟ ਕਰੋ। ਪਸ਼ੂਆਂ ਨੂੰ, ਜਿੱਥੇ ਅਸੀਂ ਬੰਦਿਆਂ ਲਈ ਲੰਗਰ ਲਾਉਂਦੇ ਆ, ਪਸ਼ੂਆਂ ਲਈ ਵੀ ਜਿਹੜੇ ਹੈਗੇ ਲੰਗਰ ਲਾਉਣੇ ਚਾਹੀਦੇ ਆ, ਤਾਂ ਕਿ ਉਹ ਵੀ ਭੁੱਖੇ ਨਾ ਰਹਿਣ। ਔਰ ਇਹ ਬਹੁਤ ਵੱਡਾ ਜਿਹੜੀ ਹੈ ਲੋਕਾਂ ਦਾ ਯਤਨ ਆ, ਔਰ ਇਹਦੇ ਵਿੱਚ ਜੋ ਉਪਰਾਲਾ ਕੀਤਾ ਲੋਕਾਂ ਨੇ, ਔਰ ਇਹਨੂੰ ਬਚਾਉਣ ਲਈ SGPC ਵੀ ਅੱਗੇ ਆਈ ਹੈ, ਉਹਨਾਂ ਨੇ ਵੀ ਲੰਗਰ ਲਾਏ ਆ, ਕੱਪੜਾ ਵੀ ਦਿੱਤਾ ਵਾ। ਔਰ ਉਹਦੇ ਵਿੱਚ ਬਾਕੀ ਏਜੰਸੀਆਂ ਬਾਕੀ ਵੀ ਆ ਗਈਆਂ, ਵੈਲਫੇਅਰ ਜਿਹੜੀਆਂ ਕਮੇਟੀਆਂ ਨੇ ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਪੰਚਾਇਤਾਂ, ਮਿਊਨਿਸਪਲ ਕਾਰਪੋਰੇਸ਼ਨ, ਉਹ ਵੀ ਅੱਗੇ ਆ ਗਈਆਂ। ਔਰ ਇਹਦੇ ਵਿੱਚ ਵੇਖੋ, ਇਹ ਪੰਜਾਬ ਹੀ ਹੈਗਾ। ਇੱਕ ਪਿੰਡ ਦੇ ਵਿੱਚ ਗਏ ਲੰਗਰ ਲਾਉਣ, ਤਾਂ ਉਹਦੇ ਵਿੱਚ ਮੀਂਹ ਪੈ ਰਿਹਾ ਸੀਗਾ, ਤਾਂ ਉਹ ਪਿੰਡਾਂ ਵਾਲਿਆਂ ਨੇ ਕਿਹਾ, ਉਹ ਆਂਦੇ ਕਿ ਆਪ ਲੰਗਰ, ਮੀਂਹ ਪੈ ਰਿਹਾ, ਉਹ ਆਂਦੇ ਤੇ ਪਿੰਡ ਨੇ ਇਕੱਠੇ ਹੋ ਕੇ ਲਾਤਾ, ਛੱਤਾਂ 'ਤੇ ਲੰਗਰ ਲਾ ਦਿੱਤਾ, ਸਾਨੂੰ ਇਸ ਲੰਗਰ ਦੀ ਲੋੜ ਨਹੀਂ, ਪਰ ਅਸੀਂ ਆਪ ਲਾ ਦਿੱਤਾ, ਸਾਡੇ ਕੋਲ ਜੇ ਸਮਾਨ ਹੈਗਾ ਉਹ ਲੈ ਲਓ। ਔਰ ਉਹ ਹੁਣ ਜਿਹੜਾ ਦਰਿਆ ਦੇ ਵਿੱਚ ਛਾਲਾ ਆ ਗਿਆ, ਜਿਹਦੇ ਵਿੱਚ ਇਹਨਾਂ ਨੇ ਖੋਲ੍ਹ ਦਿੱਤੇ, ਓਪਨ ਕਰ ਦਿੱਤੇ ਆ ਉਹਨਾਂ ਦੇ ਡੈਮ, ਉਹ ਪਾਣੀ ਤਾਂ ਵਿੱਚੋਂ ਗਿਆ ਨਿਕਲ। ਪਰ ਮੈਦਾਨੀ ਇਲਾਕੇ ਵਿੱਚ ਪਾਣੀ ਆਉਣ ਦਾ ਕਾਰਨ ਵੱਡਾ ਹੈਗਾ ਕਿ ਹਿਮਾਚਲ ਤੋਂ ਪਾਣੀ ਬਹੁਤ ਆ ਗਿਆ, ਔਰ ਸਾਡੇ ਦਰਿਆਵਾਂ 'ਚ ਪਾਣੀ ਆਉਣ ਨਾਲ ਰਾਵੀ ਜਿਹੜਾ ਉਹ ਵੀ ਉਛੜ ਗਿਆ। ਰਾਵੀ ਦੇ ਪਾਣੀ ਜਿਹੜੇ ਆਲੇ ਦੁਆਲੇ ਗੁਰਦਾਸਪੁਰ ਦਾ ਏਰੀਆ ਜਿਹੜਾ ਉਹ ਮਾਰ ਹੇਠ ਹੈਗਾ, ਉਹਦੇ ਨਾਲ ਡੇਰਾ ਬਾਬਾ ਨਾਨਕ ਉਹਦਾ ਏਰੀਆ ਸਾਰਾ ਹੀ। ਔਰ ਇੱਧਰ ਜਲੰਧਰ ਤੇ ਬਚਿਆ, ਜਲੰਧਰ ਦਾ ਆਲਾ ਦੁਆਲਾ ਜਿਹੜਾ ਹੈਗਾ ਸ਼ਹਿਰ ਪਿੰਡ ਜਿਹੜੇ ਹੈਗੇ ਉਹ ਪਾਣੀ 'ਚ ਬਿਲਕੁਲ ਬਹਾਅ 'ਚ ਆ ਗਿਆ। ਔਰ ਤੁਸੀਂ ਕਿਤੇ ਵੀਡੀਓ ਵੇਖੋ, ਤੁਹਾਡਾ ਦਿਮਾਗ ਹਿਲ ਜੂਗਾ, ਪਾਣੀ ਜਿਹੜਾ ਲੋਕਾਂ ਦੇ ਘਰਾਂ 'ਚ ਫਿਰ ਰਿਹਾ। ਔਰ ਉਧਰ ਮਨੀਕਰਨ ਗੁਰਦੁਆਰਾ ਸਾਹਿਬ, ਉਹਦੇ ਅੰਦਰ ਪਾਣੀ ਚਲੇ ਗਿਆ। ਹੋਰ ਜਿਹੜਾ ਪਟਿਆਲਾ ਦੁੱਖ ਨਿਵਾਰਨ ਗੁਰਦੁਆਰਾ, ਉਹਨਾਂ ਪਾਣੀ ਚਲੇ ਗਿਆ। ਪਾਣੀ ਦਾ ਬਹਾਵ ਜਿਹੜਾ ਇਹ ਨਹੀਂ ਕੁਝ ਦੇਖਦਾ। ਸਕੂਲਾਂ ਕਾਲਜ ਜਿਹੜੇ ਆ ਉਹ 'ਚ ਪਾਣੀ ਚਲੇ ਗਿਆ। ਪਰ ਜੇ ਪਾਣੀ ਮੀਂਹ ਦੀ ਰੋਕ ਨਾ ਹੋਈ ਤੇ ਇਹਦਾ ਜਿਹੜਾ ਮਾਰੂ ਅੱਗੇ ਸਿੱਟਾ ਨਿਕਲੂਗਾ। ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਬਿਮਾਰੀਆਂ ਵੀ ਫੈਲ ਰਹੀਆਂ, ਉਹਦੇ 'ਚ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਸਤਰਕ ਹੋ ਗਈ ਆ। ਉਹਨਾਂ ਨੇ ਇਸ ਕਰਕੇ ਅਲਰਟ ਸ਼ੁਰੂ ਕਰ ਦਿੱਤਾ। ਔਰ ਉਹਦੇ ਵਿੱਚ ਜਿਹੜੇ ਹੈਲਥ ਮਿਨਿਸਟਰ ਉਹਨਾਂ ਨੂੰ ਕਹਿਤਾ ਕਿ ਜਾ ਕੇ ਘਰੋਂ ਘਰ ਪਿੰਡਾਂ 'ਚ ਲੋਕਾਂ ਨੂੰ ਦਵਾਈਆਂ ਵੰਡੋ ਤੇ ਲੋਕਾਂ ਨੂੰ ਚੈੱਕਅਪ ਕਰੋ ਕਿ ਕਿੱਥੇ ਕਿੱਥੇ ਹੈਗਾ। ਮੱਛਰ ਦੀ ਜਿਹੜੀ ਬਹੁਤਾਤ ਹੋ ਗਈ ਹੈ, ਮੱਛਰ ਜ਼ਿਆਦਾ ਆ ਗਿਆ, ਔਰ ਉਹਦੇ ਨਾਲ ਪਿੰਡਾਂ ਦੇ ਲੋਕਾਂ ਨੂੰ ਜ਼ਿਆਦਾ ਇਹ ਸਾਹਮਣਾ ਕਰ ਰਹੇ। ਇੱਕ ਪਾਸੇ ਤਾਂ ਨੁਕਸਾਨ ਹੋ ਗਿਆ, ਜਾਨ ਮਾਲ, ਬੰਦੇ ਮਰੇ ਵੀ ਆ, ਪਸ਼ੂ ਵੀ ਰੁੜ ਗਿਆ, ਗੱਡੀਆਂ ਰੁੜ ਗਈਆਂ। ਦੂਜੇ ਪਾਸੇ ਬਿਮਾਰੀਆਂ ਫੈਲ ਗਈਆਂ। ਉਹਦੇ 'ਚ ਇਹਨਾਂ ਨੇ ਕਿਹਾ ਕਿ ਜਿਹੜੇ ਪ੍ਰਾਈਵੇਟ ਡਾਕਟਰ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਲੋਕ ਫ੍ਰੀ ਜਿਹੜਾ ਕਾਸਟ ਦਾ ਕਰਕੇ ਇਲਾਜ ਕਰਨ,
फिर नहीं है कि एक मरीज आ गया तो उसको 1500 रुपये गिना लिया, दूजा आ गया उसको 1800 रुपये गिना लिया। जे करना तो ਜਿਹੜੇ ਲੋਕ ਅਫੈਕਟਡ ਨੇ, ਜਿਹੜੇ ਪ੍ਰਭਾਵਿਤ ਨੇ ਬਿਮਾਰੀਆਂ ਤੋਂ, ਪਾਣੀ ਨਾਲ, ਹੜ੍ਹ ਨਾਲ, ਉਹਨਾਂ ਨੂੰ ਬਚਾਉਣ ਲਈ ਕਰਨਾ ਚਾਹੀਦਾ। ਔਰ ਦੂਜੀ ਬਿਮਾਰੀ ਜਿਹੜੀ ਹੈ ਵੈਟਰਨਰੀ ਡਾਕਟਰ ਨੇ ਉਹਨਾਂ ਨੇ ਕਿਹਾ ਕਿ ਮੂੰਹ ਖੁਰ ਦੀ ਬਿਮਾਰੀ ਲੱਗ ਜਾਂਦੀ ਹੈ ਡੰਗਰਾਂ ਨੂੰ। ਉਹਦੇ ਵਿੱਚ ਪੈਰ ਜਿਹੜੇ ਆ ਉਹ ਵੀ ਗਲ ਜਾਂਦੇ ਆ, ਮੂੰਹ ਨਾਲ ਵੀ ਜਿਹੜਾ ਪੱਠੇ ਖਾਂਦੇ ਜਿਹੜੇ ਆ ਉਹਦੇ ਨਾਲ ਪਾਣੀ ਗੰਦਾ ਪੀ ਕੇ ਬੜਾ ਉਹਨਾਂ ਦਾ ਨੁਕਸਾਨ ਹੁੰਦਾ। ਮੂੰਹ ਖੁਰ ਦੀ ਬਿਮਾਰੀ ਜਿਹੜੀ ਹੈ ਉਹ ਤੋਂ ਬਚਾਉਣ ਲਈ ਵੀ ਡਾਕਟਰ ਇਸ ਵੇਲੇ ਬਿਲਕੁਲ ਚੁਕੰਨੇ ਆ ਔਰ ਚਲੇ ਗਏ ਪਿੰਡਾਂ 'ਚ। ਔਰ ਉਹਦੇ ਵਿੱਚ ਗਾਵਾਂ ਮੱਝਾਂ ਨੂੰ ਬਚਾਉਣ ਲਈ ਵੀ ਉਹਨਾਂ ਨੇ ਕਰ ਦਿੱਤਾ ਪੂਰਾ ਯਤਨ ਕਰਦੇ ਪਏ ਆ। ਬਹੁਤ ਗਾਵਾਂ ਤੇ ਮੱਝਾਂ ਮਰ ਗਈਆਂ ਪਾਣੀ 'ਚ ਰੁੜ ਕੇ। ਗਾਂ ਜਿਹੜੀ ਹੈ ਪਾਣੀ 'ਚ ਨਹੀਂ ਰਹਿ ਸਕਦੀ, ਮੱਝ ਚੱਲ ਜੂਗੀ, ਮੱਝ ਤਰ ਵੀ ਜੂਗੀ, ਗਾਂ ਵਿਚਾਰੀ ਘਬਰਾ ਜਾਂਦੀ ਹੈ। ਔਰ ਪਹਿਲਾਂ ਤਾਂ ਬੈਠ ਕੇ ਵੀ ਹੁੰਦੇ, ਬੱਚੇ ਹੁੰਦੇ ਸੀ, ਹੁਣ ਉਹ ਘੱਟ ਰਹਿ ਗਏ ਆ, ਲੋਕਾਂ ਨੇ ਆਵਾਰਾ ਛੱਡ ਦਿੰਦੇ ਆ। ਪਰ ਇਸ ਵੇਲੇ ਜਿਹੜੀ ਤਰਾਸਦੀ ਹੈ, ਇਹਨੂੰ ਲੋਕਾਂ ਨੇ ਆਪ ਹੀ ਇਹਦਾ ਟਾਕਰਾ ਕੀਤਾ। ਪੰਜਾਬ ਦੇ ਲੋਕ ਤੁਹਾਨੂੰ ਪਤਾ ਹੈ ਇਸ ਗੱਲੋਂ ਤਾਂ ਬਿਲਕੁਲ ਬਹਾਦਰ ਹੈਗੇ ਆ। ਜਦੋਂ ਵਿਪਤਾ ਪੈਂਦੀ ਉਹਨੂੰ ਰਲ ਕੇ ਕੰਮ ਕਰ ਲੈਂਦੇ ਆ ਸਾਰੇ। ਉਹਦੇ 'ਚ ਖਾਲਸਾ ਏਡ ਇੱਕ ਉਹ ਹੈਗੀ ਆ, ਉਹਨਾਂ ਨੂੰ ਵੀ ਅੱਗੇ ਆ ਗਏ ਆ। SGPC ਆ ਗਈ ਹੈ, ਹੋਰ ਏਜੰਸੀਆਂ ਜਿਹੜੀਆਂ ਉਹ ਆ ਗਈਆਂ ਹੈਗੀਆਂ। ਇਸ ਵੇਲੇ ਕਿਸੇ ਗੱਲ ਦੀ ਉਹਨਾਂ ਨੇ ਘਾਟ ਨਹੀਂ ਰਹਿਣ ਦਿੱਤੀ। ਸਾਰੇ ਪਾਸਿਆਂ 'ਚ ਆਟਾ, ਦਾਲ, ਦਾਣੇ, ਜਿਹੜਾ ਉਹਦੇ ਵਿੱਚ ਰੋਟੀਆਂ, ਲੰਗਰ, ਦੁੱਧ, ਦਵਾਈਆਂ, ਜਿਹੜੀਆਂ ਮੱਛਰਦਾਨੀਆਂ, ਇਹ ਸਾਰਾ ਕੁਝ ਪਹੁੰਚਾਤਾ। ਇਹ ਹੁੰਦਾ ਪੰਜਾਬ ਦੀ ਗੱਲ। ਵਿਪਤਾ 'ਚ ਇਕੱਠੇ ਹੋ ਜਾਂਦੇ ਆ। ਅਤੇ ਜਦੋਂ ਕੋਈ ਵੈਸੇ ਜਦੋਂ ਖੁਸ਼ਹਾਲੀ ਜਾਂ ਕੁਛ ਹੁੰਦਾ ਉਦੋਂ ਲੜ ਵੀ ਪੈਂਦੇ ਆ। ਇਹਨਾਂ ਦਾ ਸੁਭਾਅ ਥੋੜ੍ਹਾ ਜਿਹਾ ਤਿੱਖਾ ਵੀ ਹੈਗਾ, ਇਹ ਗਾਲੋਂ ਵਾਲੇ ਵੀ ਹੋ ਜਾਂਦੇ ਆ। ਪਰ ਇਹਦੇ ਵਿੱਚ ਜੇ ਸਰਕਾਰ ਕਰ ਰਹੀ ਹੈ, ਇਹ ਗੱਲ ਕਰਨਯੋਗ ਹੈ। ਸਰਕਾਰ ਨੇ ਪੈਸਾ ਦਿੱਤਾ, 14 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਫੰਡਿੰਗ ਭੇਜਤੀ ਆ। ਫੋਨ ਨੰਬਰ ਵੀ ਇਹਨਾਂ ਨੇ ਅਨਾਊਂਸ ਕਰਤੇ ਪਿਆ, ਇਸ ਫੋਨ 'ਤੇ ਸਾਡੇ ਨਾਲ ਗੱਲ ਕਰਕੇ ਪਤਾ ਕਰ ਸਕਦੇ ਆ, ਸਾਰਾ ਕੁਛ ਹੈਗਾ। ਪਰ ਉਹਦੇ 'ਚ ਆਪੋਜੀਸ਼ਨ ਨੇ ਬਹੁਤਾ ਯੋਗਦਾਨ ਨਹੀਂ ਪਾਇਆ, ਕਿਸੇ ਨੇ ਬਹੁਤਾ ਨਹੀਂ ਬੋਲਿਆ। ਔਰ ਕਹਿਣਾ ਚਾਹੀਦਾ ਕਿ ਅਸੀਂ ਵੀ ਤੁਹਾਡੇ ਨਾਲ ਆ, ਤੁਸੀਂ ਅੱਗੇ ਵਧੋ, ਅਸੀਂ ਵੀ ਪੈਸੇ ਦਿੰਦੇ ਹਾਂ, ਸਾਡੇ ਨਾਲ ਵੀ ਸਾਡਾ ਸਾਰਾ ਕੁਝ ਸਾਡੇ ਪਰਿਵਾਰ ਹੀ ਹੈ, ਸਾਡਾ ਕੁਨਬਾ ਹੀ ਹੈਗਾ। ਉੱਥੇ ਸਿਆਸਤ ਛੱਡ ਦੇਣੀ ਚਾਹੀਦੀ ਆ। ਜਦੋਂ ਕਿ ਸੁਖਬੀਰ ਬਾਦਲ ਖੁਦ ਜਾਂਦਾ ਰਿਹਾ, ਪਿੰਡਾਂ 'ਚ ਗਿਆ ਵੀ ਆ, ਲੋਕਾਂ ਨਾਲ ਗੱਲਬਾਤ ਪਾਈ, ਮਿਲਿਆ ਵੀ ਹੈਗਾ। ਔਰ ਭਗਵੰਤ ਮਾਨ ਨੇ ਤਾਂ ਆਪਣੇ ਪੈਰ ਪਜਾਮਾ ਸਾਰਾ ਕੁਝ ਲਪੇੜਿਆ ਔਰ ਉਹਦੇ ਵਿੱਚ ਪਾਣੀ 'ਚ ਗਿਆ। ਔਰ ਜਿਹਦੇ ਨਾਲ ਸੀਚੇਵਾਲ ਸਾਹਿਬ ਨਾਲ ਨੇ, ਸਾਰੇ ਕਿਸ਼ਤੀ 'ਚ ਬਹਿ ਕੇ ਘੁੰਮਦੇ ਆ, ਪਿੰਡਾਂ 'ਚ ਗਏ ਆ, ਲੋਕਾਂ ਨੂੰ ਮਿਲੇ ਵੀ ਆ, ਉਹਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਵੀ ਹੋਇਆ ਔਰ ਫੰਡਿੰਗ ਵੀ ਕੀਤੀ। ਬਿਲਕੁਲ ਠੀਕ ਹੈ, ਕਿਉਂਕਿ ਸਾਰੀਆਂ ਕੋਸ਼ਿਸ਼ਾਂ ਜਾਰੀ ਨੇ, ਬਿਲਕੁਲ ਹੋਣੀਆਂ ਵੀ ਚਾਹੀਦੀਆਂ ਨੇ। ਔਰ ਅਸੀਂ ਤੇ ਅਰਦਾਸ ਕਰ ਸਕਦੇ ਹਾਂ। ਆਉਂਦਾ ਤਾਂ ਹਰ ਵਾਰੀ ਹੜ ਹੈਗਾ, ਐਤਕੀ ਐਡਵਾਂਸ ਆ ਗਿਆ, ਪਹਿਲਾਂ ਐਡਵਾਂਸ ਆ ਗਿਆ, ਅਸੀਂ ਅਰਦਾਸ ਕਰ ਸਕਦੇ ਹਾਂ। ਜੀ 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 ਬਿਲਕੁਲ। ਔਰ ਹੁਣ ਦੇਖੋ, ਸੋਚ ਦੀ ਗੱਲ ਹੈ, ਵਿਚਾਰ ਦੀ ਗੱਲ ਹੈ ਕਿ ਪੰਜਾਬ ਸਰਕਾਰ, ਕਿਉਂਕਿ ਵਿਧਾਨ ਸਭਾ ਦਾ ਇਜਲਾਸ ਹੋਇਆ ਔਰ ਉਹਦੇ 'ਚ ਵੀ ਸੋਚ ਵਿਚਾਰ ਕੀਤਾ ਗਿਆ ਔਰ ਗੁਰਦੁਆਰਾ ਸੋਧ ਬਿੱਲ ਵੀ ਪਾਸ ਹੋਇਆ, ਹੋਰ ਵੀ ਕਈ ਗੱਲਾਂ ਬਾਤਾਂ ਹੋਈਆਂ। ਔਰ ਉਸ ਤੋਂ ਬਾਅਦ ਕਹਿ ਦਿੱਤਾ ਗਿਆ ਹੈ ਗਵਰਨਰ ਸਾਹਿਬ ਵੱਲੋਂ ਕਿ ਇਹ ਸੰਵਿਧਾਨ ਦੇ ਮੁਤਾਬਿਕ ਨਹੀਂ ਹੈ। ਔਰ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਸੰਵਿਧਾਨ ਦੇ ਮੁਤਾਬਿਕ ਹੀ ਸੱਦਿਆ ਗਿਆ ਸੀ ਵਿਧਾਨ ਸਭਾ ਦਾ ਇਜਲਾਸ ਔਰ ਸਾਰੀ ਚਰਚਾ ਹੋਈ ਸੀ। ਹਾਂ, ਜਦੋਂ ਇਹਨਾਂ ਵਿਸ਼ੇਸ਼ ਸਦਨ ਦਾ ਵਿਧਾਨ ਸਭਾ ਦਾ ਇਜਲਾਸ ਬੁਲਾਇਆ, ਉਹਦੇ ਵਿੱਚ ਅੜਿੱਕਾ ਪਾ ਲਿਆ ਗਵਰਨਰ ਸਾਹਿਬ ਨੇ। ਔਰ ਉਹਨਾਂ ਨੇ ਪਿਛਲੀਆਂ ਸਰਕਾਰਾਂ ਦਾ ਵੀ ਜਿਹੜਾ ਲੇਖਾ ਜੋਖਾ ਦੱਸਿਆ ਕਿ ਇਹਦੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵਿਸ਼ੇਸ਼ ਇਜਲਾਸ ਵਿਧਾਨ ਸਭਾ ਦਾ ਬੁਲਾਇਆ ਸੀਗਾ। ਉਸ ਤੋਂ ਬਾਅਦ ਫਿਰ ਉਹ ਵਿਧਾਨ ਸਭਾ ਦਾ ਇਜਲਾਸ ਤਾਂ ਹੋ ਗਿਆ ਸੀਗਾ, ਡਿਸੀਜਨ ਹੋ ਗਏ ਸੀਗੇ, ਅਤੇ ਉਹਦੀ ਅਪਰੂਵਲ ਜਿਹੜੀ ਹੈ ਗਵਰਨਰ ਨੇ ਬਾਅਦ 'ਚ ਦਿੱਤੀ ਸੀ। ਇਹ ਪੰਜਾਬ 'ਚ ਆਉਂਦਾ ਬਕਾਇਦਾ ਤੌਰ 'ਤੇ ਇੱਦਾਂ ਹੁੰਦਾ। ਔਰ ਉਹਦੇ 'ਤੇ ਭਗਵੰਤ ਮਾਨ ਨੇ ਇਹਨਾਂ ਨੂੰ ਲੈਟਰ ਵੀ, ਚਿੱਠੀ ਵੀ ਲਿਖੀ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਹ ਦੇਖੋ, ਜਿਹੜਾ ਹੁਣ ਜੋ ਕੁਛ ਹੋ ਰਿਹਾ ਉਹਦੇ ਵਿੱਚ ਜਿਹੜਾ ਤੁਹਾਡੀ ਅਪਰੂਵਲ ਆਉਣੀ ਚਾਹੀਦੀ ਆ, ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ SGPC ਦੇ ਚੈਨਲ ਦਾ, PTC ਚੈਨਲ ਦਾ, ਉਹਦੇ 'ਚ ਵੀ ਉਹਨਾਂ ਨੇ ਨਾ ਨੁਕਰ ਕਰਤੀ। ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਨਾਲ ਗੱਲ ਕਰਾਂਗੇ, ਤਦ ਜਾ ਕੇ ਜਿਹੜੇ ਸਾਡੇ ਉੱਥੇ ਲੀਗਲ ਦੇਣ ਵਾਲੇ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਾਂਗੇ। ਉੱਧਰੋਂ ਜਵਾਬ ਹੋ ਗਿਆ। ਇਹਦੇ ਪਹਿਲਾਂ ਵਾਈਸ ਚਾਂਸਲਰ ਦੀਆਂ ਜਿਹੜੀਆਂ ਨਿਯੁਕਤੀਆਂ ਸੀ ਉਹਨਾਂ ਤੋਂ ਵੀ ਜਵਾਬ ਹੋ ਗਿਆ। ਜਿਹੜੀ ਫਾਈਲ ਜਾਂਦੀ ਸੀ ਉਹਦੇ 'ਤੇ ਕੋਈ ਨਾ ਕੋਈ ਆਲੋਚਨਾ ਜਾਂ ਉਹਦੇ 'ਤੇ ਨਾਟ ਅਪਰੂਵ ਲਿਖਿਆ ਜਾਂਦਾ ਸੀ। ਪਰ ਹੁਣ ਇਹ ਜਿਹੜਾ ਮੁੱਦਾ ਉਹਨਾਂ ਦੇ ਸਾਹਮਣੇ ਆਇਆ ਸੀ, ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ, ਉਹਨਾਂ ਨੇ ਭਗਵੰਤ ਮਾਨ ਨੇ ਕਹਿਤਾ ਕਿ ਅਕੋਰਡਿੰਗ ਟੂ ਕੌਨਸਟੀਟਿਊਸ਼ਨ ਅਸੀਂ ਸੰਵਿਧਾਨ ਦਾ ਜਿਹੜਾ ਲੈ ਕੇ ਪੱਖ ਫਿਰ ਅਸੀਂ ਇਜਲਾਸ ਬੁਲਾਇਆ। ਇਹਦੇ ਵਿੱਚ ਅਸੀਂ ਕੋਈ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ। ਪਰ ਉਹਨਾਂ ਦਾ ਆਪਸੀ ਜਿਹੜਾ ਜ਼ਬਾਨੀ ਕਲਾਮੀ ਗੱਲ ਹੁੰਦੀ ਹੈ, ਉਹ ਆਪੋ ਵਿੱਚ ਜਿਹੜਾ ਟੱਕਰਾ ਇਹਨਾਂ ਦਾ ਹੁੰਦਾ ਰਹਿੰਦਾ। ਇੱਕ ਦਾ ਮੂੰਹ ਪੱਛਮ ਵਾਲਾ, ਦੂਜਾ ਦਾ ਮੂੰਹ ਦੱਖਣ ਵੱਲ ਨੂੰ ਹੈ। ਇਹਨਾਂ ਦਾ ਅੱਜ ਦਾ ਟਕਰਾਅ ਨਹੀਂ, ਬੜੀ ਦੇਰ ਦਾ ਟਕਰਾਅ ਰਿਹਾ ਹੈਗਾ। ਉਹਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਫੰਡਿੰਗ ਨਹੀਂ ਕਿਉਂ ਨਹੀਂ ਹੋ ਰਹੀ, ਅਤੇ ਨਾਲ ਦੇ ਪੜੋਸੀ ਹਰਿਆਣਾ ਨੂੰ ਸਾਰਾ ਕੁਝ ਪੈਸਾ ਆ ਰਿਹਾ। ਉਹਦੇ ਵਿੱਚ ਜਿਹੜਾ ਹੈਗਾ ਅਸੀਂ ਉਸ ਫੰਡਿੰਗ ਤੋਂ ਜਿਹੜੇ ਕਾਰਜਸ਼ੀਲ ਨੇ ਕੰਮ ਜਾਂ ਵਿਕਾਸ ਕਰਨ ਦੇ ਕੰਮ, ਉਹਨਾਂ 'ਚੋਂ ਅਸੀਂ ਪਿੱਛੇ ਰਹਿ ਜਾਂਦੇ ਹਾਂ। ਉਹ ਇਹਨਾਂ 'ਚ ਤੂੰ ਮੈਂ ਹੁੰਦੀ ਰਹਿੰਦੀ ਆ। ਔਰ ਉਹਦੇ ਵਿੱਚ ਗਵਰਨਰ ਸਾਹਿਬ ਨੇ ਤਾਂ ਇਹਨਾਂ ਦਾ ਹੈਲੀਕਾਪਟਰ ਵੀ ਬੰਦ ਕਰਤਾ ਪਿਆ ਸੀ। ਹੈਲੀਕਾਪਟਰ 'ਤੇ ਮੈਂ ਨਹੀਂ ਜਾਊਂਗਾ, ਬਾਈ ਰੋਡ ਹੀ ਜਾਊਂਗਾ ਜਿੱਥੇ ਜਾਊਂਗਾ। ਗਵਰਨਰ ਨੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਪਿੰਡਾਂ ਦੀ ਉੱਥੇ ਦੌਰਾ ਕੀਤਾ, ਪਿੰਡਾਂ 'ਚ ਗਏ ਵੀ ਆ, ਨਸ਼ੇ ਦੇ ਬਾਰੇ ਵੀ ਸਪੀਚ ਕੀਤੀ, ਬਹੁਤ ਕੁਝ ਕੀਤਾ ਹੈਗਾ। ਪਰ ਇਹਨਾਂ ਦਾ ਆਪਸੀ ਸਹਿਯੋਗ ਨਹੀਂ, ਆਪਸੀ ਇਹਨਾਂ ਦਾ ਬਹੁਤਾ ਮਿਲਾਪ ਨਹੀਂ। ਉਹਦੇ ਵਿੱਚ ਜਿਹੜੀਆਂ ਗੱਲਾਂ ਨੇ ਉਹ ਪਿੱਛੇ ਨੂੰ ਨਿਕਲ ਜਾਂਦੀਆਂ। ਇਸ ਕਰਕੇ ਕਿਤੇ ਹੁਣ ਭਗਵੰਤ ਮਾਨ ਨੇ ਆਪ ਡਿਸੀਜਨ ਲੈ ਕੇ ਚਾਂਸਲਰ ਆਫ ਯੂਨੀਵਰਸਿਟੀ ਆਪ ਹੀ ਬਣ ਗਏ ਸਾਰਿਆਂ ਦੇ।
ਔਰ ਉਹਦੇ ਵਿੱਚ ਜੋ ਇਹਨਾਂ ਦਾ ਪ੍ਰਪੋਜ਼ਲ ਜਾਂਦਾ ਉਹਦੇ ਤੇ ਨਾਟ ਅਪਰੂਵਲ ਹੋ ਕੇ ਵਾਪਸ ਚਲ ਜਾਂਦਾ, ਔਰ ਜਿਹਦੇ ਵਿੱਚ ਵਿਧਾਨ ਸਭਾ ਦੇ ਬਾਕੀ ਜਿਹੜੇ ਵਿਧਾਇਕ ਸੀਗੇ ਉਹਨਾਂ ਦੀ ਪੈਨਸ਼ਨਾਂ ਜਦੋਂ ਇਹਨਾਂ ਨੇ ਬੰਦ ਕੀਤੀਆਂ, ਉਹਨਾਂ ਦੇ ਟੂਰ ਜਿਹੜੇ ਸੀ ਉਹ ਬੰਦ ਕੀਤੇ ਸੀ, ਉਹਦੀ ਅਪਰੂਵਲ ਤਾਂ ਓਵਰਆਲ ਗਵਰਨਰ ਸਾਹਿਬ ਕੋਲ ਹੋਣੀ ਹੈ, ਉਹਦੇ ਤੇ ਵੀ ਇਹਨਾਂ ਨੇ ਕੋਈ ਸਾਈਨ ਕੀਤੇ, ਉਹਦੇ ਤੇ ਵੀ ਨਹੀਂ, ਬਾਅਦ 'ਚ ਲੇਟ ਕੀਤਾ ਔਰ ਬੜਾ ਕੁਝ ਹੋਇਆ। ਇੱਕ ਤਰ੍ਹਾਂ ਦੀ ਗੱਲ ਨਹੀਂ ਹੈਗੀ, ਜਿਹੜਾ ਵੀ ਪੰਜਾਬ ਦਾ ਕੋਈ ਮੁੱਦਾ ਹੁੰਦਾ ਇੱਕ ਇੱਕ ਗਿਣ ਲਓ ਉਂਗਲਾਂ 'ਤੇ, ਸਾਰੇ ਮੁੱਦਿਆਂ 'ਤੇ ਕੋਈ ਨਾ ਕੋਈ ਅੜਚਨ, ਕੋਈ ਨਾ ਕੋਈ ਟਕਰਾਓ, ਕੋਈ ਨਾ ਕੋਈ ਉਹਦੇ 'ਤੇ ਅੜਿੱਕਾ ਜਿਹਨੂੰ ਪੰਜਾਬੀ 'ਚ ਕਹਿੰਦੇ ਪਿਆ ਰਿਹਾ। ਹੁਣ ਵੀ ਅਜੇ ਤੱਕ ਅੜਿੱਕਿਆਂ 'ਚ ਹੀ ਪਈ ਹੋਈ ਸਰਕਾਰ ਆ। ਇਹਦਾ ਮਤਲਬ ਤਾਂ ਇਹ ਕੱਢਣਾ ਚਾਹੀਦਾ, ਕਿਉਂਕਿ ਜਿਹੜੇ ਨੋਮੀਨੇਟਡ ਨੇ ਗਵਰਨਰ ਸਾਹਿਬ, ਇਹ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਹ ਰੂਲਿੰਗ ਪਾਰਟੀ ਬੀਜੇਪੀ ਹੈ, ਔਰ ਜਿਹੜੀ ਜਿੱਥੇ ਜਿੱਥੇ ਵਿਰੋਧੀ, ਜਿਹਨੂੰ ਅਸੀਂ ਡਬਲ ਇੰਜਨ ਦਾ ਡੱਬਾ ਕਹਿੰਦੇ, ਜਿੱਥੇ ਜਿੱਥੇ ਇਹ ਦੂਜੀਆਂ ਸਰਕਾਰਾਂ ਨੇ ਉੱਥੇ ਉੱਥੇ ਅੜਿੱਕਾ ਪੈਂਦਾ ਵਾ, ਉੱਥੇ ਕਦੇ ਵੀ ਜਿਹੜਾ ਪ੍ਰਸਤਾਵ ਜਿਹੜਾ ਵਾ ਚੰਗੀ ਨਿਗਾਹ ਨਾਲ ਪਾਸ ਨਹੀਂ ਹੁੰਦਾ। ਨਾ ਜਿਹੜੇ ਵਿਕਾਸ ਦੇ ਕੰਮ ਨੇ, ਫੰਡਿੰਗ ਹੈਗੀ ਆ, ਜਾਂ ਰੋਡ ਮੈਪ ਹੈ, ਜਾਂ ਖੁਸ਼ਹਾਲੀ ਦੀ ਗੱਲ ਹੈਗਾ, ਉਹਦੇ ਤੋਂ ਊਣੇ ਰਹਿ ਜਾਂਦੇ ਉਹ ਪੰਜਾਬ ਦੇ ਲੋਕ। ਜੇ ਆਪਾਂ ਵਿਚਾਰ ਕਰਕੇ ਦੇਖੀਏ ਤਾਂ ਇਹਦਾ ਨੁਕਸਾਨ ਕਿਹਨੂੰ ਹੋ ਰਿਹਾ ਹੈ? ਸਹੀ ਗੱਲ, ਇਹਦਾ ਨੁਕਸਾਨ ਹੋ ਰਿਹਾ ਲੋਕਾਂ ਨੂੰ, ਇਹ ਗੱਲ ਸਹੀ, ਸੂਬੇ ਨੂੰ। ਇੱਥੇ ਆਉਣਾ ਚਾਹੀਦਾ ਇਹ ਅਸੀਂ ਸੰਵਿਧਾਨ ਦੇ ਮੁਤਾਬਿਕ ਅਸੀਂ ਸਹੁੰ ਚੁੱਕਦੇ ਹਾਂ ਕਿ ਅਸੀਂ ਜੋ ਵੀ ਕਰਾਂਗੇ ਲੋਕਾਂ ਲਈ ਸੂਬੇ ਦੇ, ਸਟੇਟ ਦੇ ਲੋਕਾਂ ਦੇ ਭਲੇ ਵਾਸਤੇ, ਵੈਲਫੇਅਰ ਆਫ ਸਟੇਟ ਹੈ। ਔਰ ਅਸੀਂ ਜੇ ਇਦਾਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਫੈਸਲੇ ਲੈਂਦੇ ਹਾਂ ਤੇ ਉਹਦਾ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ, ਸਟੇਟ ਨੂੰ ਭੁਗਤਣਾ ਪੈਂਦਾ। ਹੁਣ ਗੁਰਬਾਣੀ ਪ੍ਰਸਾਰਣ ਦੀ ਗੱਲ ਆਪਾਂ ਕਈ ਦਿਨਾਂ ਤੋਂ ਕਰਦੇ ਆ ਰਹੇ ਹਾਂ, ਸਾਰੇ ਕਰਦੇ ਪਏ ਨੇ, ਸਭ ਨੂੰ ਚਾਅ ਹੈ, ਸ਼ੌਕ ਹੈ ਗੁਰਬਾਣੀ ਦਾ। ਤਾਂ ਭਗਵੰਤ ਮਾਨ ਸਾਹਿਬ ਨੇ ਵੀ ਇਹਦੀ ਗੱਲਬਾਤ ਕੀਤੀ ਹੈ, ਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੇ ਪੀਟੀਸੀ ਨੂੰ ਇਹ ਹੁਕਮ ਦਿੱਤਾ ਹੈ ਕਿ ਪ੍ਰਸਾਰਣ ਜਾਰੀ ਰੱਖਿਆ ਜਾਵੇ। ਤੇ ਨਾਲ ਆਪਾਂ ਦੂਜਾ ਮੁੱਦਾ ਵੀ ਲੈ ਲੈਂਦੇ ਹਾਂ ਕਿ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਵਾਰ-ਵਾਰ ਇੱਕੋ ਚੈਨਲ ਨੂੰ ਕਿਉਂ ਪੁੱਛਿਆ ਜਾ ਰਿਹਾ ਹੈ ਗੁਰਬਾਣੀ ਦੇ ਪ੍ਰਸਾਰਣ ਵਾਸਤੇ। ਇਹ ਦੋਵਾਂ ਨੂੰ ਇਕੱਠੇ ਹੋ ਕੇ ਦੇਖਦੇ ਹਾਂ ਕਿ ਮਾਨ ਸਾਹਿਬ, ਸੀਐਮ ਸਾਹਿਬ ਇਹ ਕਹਿ ਰਹੇ ਨੇ ਕਿ ਸਭ ਚੈਨਲਸ ਦੇ ਵਾਸਤੇ ਹੋਣਾ ਚਾਹੀਦਾ, ਓਪਨ ਹੋਣਾ ਚਾਹੀਦਾ, ਫ੍ਰੀ ਹੋਣਾ ਚਾਹੀਦਾ ਪ੍ਰਸਾਰਣ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਕਹਿ ਰਹੇ ਨੇ, ਹੁਕਮ ਦੇ ਰਹੇ ਨੇ ਪੀਟੀਸੀ ਦੇ ਲਈ। ਹੁਣ ਇਹ ਦੋਵਾਂ ਚੀਜ਼ਾਂ ਨੂੰ ਆਪਾਂ ਇਕੱਠਾ ਦੇਖਦੇ ਹਾਂ। ਹਾਂ, ਇਹ ਜਿਹੜਾ ਟਕਰਾਅ ਆ ਬੜੀ ਦੇਰ ਦਾ ਹੈਗਾ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਵਿੱਚ, ਦੋਵਾਂ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਕੰਟਰੈਕਟ ਸੀਗਾ, ਟੈਂਡਰ ਸੀਗਾ, ਉਹ ਖਤਮ ਹੋ ਗਿਆ ਔਰ ਉਹਨਾਂ ਨੇ ਵੈਬ YouTube ਤੇ ਸ਼ੁਰੂ ਕਰ ਦਿੱਤਾ ਚੈਨਲ। ਅੱਜ 23 ਤਰੀਕ ਤੋਂ ਹੋ ਗਿਆ, ਅਖੰਡ ਪਾਠ ਦਾ ਆਰੰਭ ਹੋਇਆ, ਅਰਦਾਸ ਹੋਈ ਆ ਔਰ ਇਹ ਚੈਨਲ ਉਹਨਾਂ ਨੇ ਓਪਨ ਕਰ ਦਿੱਤਾ ਵੈਬ ਦੇ ਉੱਪਰ। ਔਰ ਜਿਹੜਾ ਸੈਟੇਲਾਈਟ ਚੈਨਲ ਹੈਗਾ ਉਹਦੇ ਲਈ ਜਿਹੜਾ ਹੁਕਮ ਕਰ ਦਿੱਤਾ ਸਰਦਾਰ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਹੁਕਮ ਕਰ ਦਿੱਤਾ ਕਿ ਇਹ ਹੁਣ ਸੈਟੇਲਾਈਟ ਚੈਨਲ ਤੇ ਵੀ ਕੰਟੀਨਿਊ ਰਹੂਗਾ ਜਿਸ ਤਰ੍ਹਾਂ ਇਹ ਸੱਚ ਪਹਿਲੋਂ ਚੱਲਦਾ ਸੀਗਾ, ਨਾ ਕਿ ਇਹਨੂੰ ਰੋਕਿਆ ਜਾਊਗਾ। ਔਰ ਇਹ ਗੁਰਬਾਣੀ ਦਾ ਸਰਵਨੰਦ ਕਰ ਰਹੇ, ਉਹਨਾਂ ਨੇ ਕਿਹਾ ਜਥੇਦਾਰ ਸਾਹਿਬ ਨੇ ਕਿ ਬੜੀ ਦੂਰ ਦੂਰ ਤੱਕ ਲੋਕ ਨੇ ਔਰ ਗੁਰਬਾਣੀ ਦੇ ਕੀਰਤਨ ਨੂੰ ਜਿਹੜਾ ਹੁਮ ਹਮਾ ਕੇ ਲੋਕ ਸਰਵਣ ਕਰ ਰਹੇ ਆ, ਅਸੀਂ ਇਹਦੇ 'ਚ ਕੋਈ ਰੋਕ ਨਹੀਂ ਲਾਵਾਂਗੇ। ਔਰ ਇਹ ਚੈਨਲ ਜਿਹੜਾ ਪ੍ਰਾਈਵੇਟ ਚੈਨਲ ਹੈ, ਇਹਦੇ 'ਤੇ ਸੈਟੇਲਾਈਟ ਚੈਨਲ ਹੈ, ਇਹਦੇ 'ਤੇ ਬਾਕਾਇਦਾ ਤੌਰ 'ਤੇ ਗੁਰਬਾਣੀ ਕੀਰਤਨ ਉਸੇ ਤਰ੍ਹਾਂ ਹੋਏਗਾ, ਹੁਕਮਨਾਮਾ ਦਾ ਜਿਹੜਾ ਹੁਕਮ ਹੋਏਗਾ ਉੱਥੇ। ਔਰ ਉਸ ਤੋਂ ਬਾਅਦ ਅਰਦਾਸ ਜਿਹੜੀ ਦਰਬਾਰ ਸਾਹਿਬ ਤੋਂ ਹੁੰਦੀ ਆ, ਉਹਦਾ ਵੀ ਲੋਕ ਉਹਦੇ ਵਿੱਚ ਭਾਗਸ਼ਾਲੀ ਹੋਣਗੇ। ਉਹਨਾਂ ਨੇ ਸਾਰਾ ਕੁਝ ਜਥੇਦਾਰ ਸਾਹਿਬ ਨੇ ਕਰ ਦਿੱਤਾ ਹੈਗਾ। ਔਰ ਉਧਰ ਭਗਵੰਤ ਮਾਨ ਨੇ ਉਹਦਾ ਜਵਾਬ ਦਿੱਤਾ ਹੈਗਾ ਕਿ ਜੇ ਤੁਸੀਂ ਇਹੀ ਕੁਝ ਕਰਨਾ ਸੀਗਾ, ਅਸੀਂ ਇਹਦਾ ਸਪੈਸ਼ਲ ਜਿਹੜਾ ਹੈਗਾ ਪ੍ਰਸਤਾਵਨਾ ਦਿੱਤੀ ਸੀ, ਇਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਸੀਗਾ ਔਰ ਉਹਦੇ ਵਿੱਚ ਗੁਰਦੁਆਰਾ ਐਕਟ ਵਿੱਚ ਤਰਮੀਮ ਕੀਤੀ ਸੀਗੀ। ਉਹਦੇ ਵਿੱਚ ਕਹਿੰਦਾ ਇੱਕ ਤਾਂ ਕੋਰਾ ਜਵਾਬ ਦਿੱਤਾ ਗਵਰਨਰ ਸਾਹਿਬ ਨੇ, ਦੂਜਾ ਜਵਾਬ ਸਾਨੂੰ ਮਿਲ ਗਿਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਵੱਲੋਂ। ਉਹਨਾਂ ਨੇ ਵੀ ਸਾਨੂੰ ਇਸ ਕਰਕੇ ਇਸ ਪਾਸੇ ਪਿੱਛੇ ਹਟਾ ਦਿੱਤਾ ਕਿ ਅਸੀਂ ਬਾਕੀ ਚੈਨਲਾਂ ਨੂੰ ਨਹੀਂ ਦੇਵਾਂਗੇ, ਇਹ ਸਿਰਫ ਤੇ ਸਿਰਫ ਉਹੀ ਰਹੂਗਾ ਪੀਟੀਸੀ ਚੈਨਲ। ਪਰ ਭਗਵੰਤ ਮਾਨ ਨੇ ਸਿੱਧਾ ਗੱਲ ਕਹੀ ਹੈ ਕਿ ਇਹ ਬਾਦਲ ਪਰਿਵਾਰ ਦਾ ਸਾਰਾ ਕੁਝ ਹੈਗਾ, ਬਾਦਲ ਪਰਿਵਾਰ ਨੂੰ ਹੀ ਫਾਇਦਾ ਹੁੰਦਾ, ਤਦ ਕਰਕੇ ਇਹਨਾਂ ਨੇ ਉਹਦੇ 'ਤੇ ਰੋਕ ਨਹੀਂ ਲਾਈ, ਇਸੇ ਕਰਕੇ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਹੈ। ਔਰ ਸ਼ਾਇਦ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੂੰ ਇਸ ਗੱਲ ਦਾ ਨਾ ਪਤਾ ਹੋਵੇ ਕਿ ਇਹ ਚੈਨਲ ਹੀ ਬਾਦਲ ਪਰਿਵਾਰ ਦਾ ਹੈਗਾ, ਇਹ ਉਹਨਾਂ ਵੱਲੋਂ ਆਏ ਇੱਕ ਚੈਨਲ ਨਹੀਂ, ਉਹਨਾਂ ਦੇ ਚੈਨਲ ਸਿਮਰਨ ਚੈਨਲ ਵੀ ਹੈਗਾ ਜਿੱਥੇ ਧਾਰਮਿਕ ਪ੍ਰੋਗਰਾਮ ਆਉਂਦੇ ਆ, ਉਹਦੇ 'ਤੇ ਪੀਟੀਸੀ ਨਿਊਜ਼ ਹੈਗਾ ਔਰ ਕਈ ਚੈਨਲ ਹੈ। ਔਰ ਤੁਸੀਂ ਨਿਊਜ਼ ਸੁਣ ਕੇ ਦੇਖੋ ਦੀ ਸਾਰੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੈਗੀ ਆ, ਉਹ 'ਚ ਹਰਸਿਮਰਤ ਕੌਰ ਬਾਦਲ ਜੀ ਬੋਲਦੇ ਹੁੰਦੇ ਆ, ਸੁਖਬੀਰ ਬਾਦਲ ਜੀ ਬੋਲਦੇ ਹੁੰਦੇ ਆ, ਉਹ 'ਚ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਦੀ ਜਿਹੜੀਆਂ ਨੀਤੀਆਂ ਉਹਨਾਂ ਦੀ ਗੱਲਬਾਤ ਕੀਤੀ ਹੁੰਦੀ ਆ। ਔਰ ਖਾਸ ਕਰਕੇ 22 ਅਕਾਲੀ ਦਲ ਦੇ ਲਈ ਨਿਊਜ਼ ਹੁੰਦੀਆਂ ਸਾਰੀਆਂ ਹੀ। ਔਰ ਇਸੇ ਕਰਕੇ ਹੀ ਉਹਨਾਂ ਨੇ ਇਸ ਚੈਨਲ ਨੂੰ ਨਹੀਂ ਛੱਡਿਆ, ਇਹ ਪ੍ਰਾਈਵੇਟ ਚੈਨਲ ਨਹੀਂ ਹੈ। ਨਹੀਂ ਤਾਂ ਜੇ ਟੈਂਡਰ ਪਾਸ ਹੁੰਦਾ ਜਿਹਦੇ ਵਿੱਚ ਲੱਖਾਂ ਚੈਨਲ ਪ੍ਰਾਈਵੇਟ ਚੈਨਲ ਹੈਗੇ ਆ, ਇਸ ਵੇਲੇ ਚੈਨਲਾਂ ਦੀ ਭਰਮਾਰ ਹੈਗੀ ਆ, ਡਿਜੀਟਲ ਚੈਨਲ ਬਹੁਤ ਹੈਗੇ ਆ ਜਿਨ੍ਹਾਂ ਦੀ ਜਿਹੜੀ ਅਪਰੋਚ ਹੈਗੀ ਆ ਪੂਰੇ ਵਰਲਡ ਦੇ ਵਿੱਚ ਹੈਗੀ ਆ।
198 95 ਦੇਸ਼ਾਂ ਦੇ ਵਿੱਚ ਪੂਰੇ ਦੇਸ਼ਾਂ ਜਗ੍ਹਾ ਵਿੱਚ ਜਾ ਰਹੀ ਹੈ। ਔਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਕੱਲਾ ਇਹ ਤਾਂ ਫਿਰ ਮੰਨ ਸਕਦੇ ਸੀ, ਮਜਬੂਰੀ ਹੋ ਸਕਦੀ ਸੀ ਵੀ ਸੈਟੇਲਾਈਟ ਚੈਨਲ PTC ਚੈਨਲ ਇਕੱਲਾ ਹੀ ਹੈਗਾ ਤੇ ਇਹਨੂੰ ਦੇਣਾ ਚਾਹੀਦਾ ਹੈਗਾ, ਕਿਉਂਕਿ ਜਿਹੜਾ ਕੀਰਤਨ ਪ੍ਰਵਾਹ ਹੈ ਇਹ ਤਾਂ ਚੱਲਣਾ ਹੀ ਆ, ਇਹ ਤਾਂ ਅਟਾਕੁਟ ਚੱਲਣਾ ਹੀ ਹੈ। ਪਰ ਜਿਹੜੇ ਲੋਕ ਦੂਰ ਬੈਠੇ ਨੇ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਹੈ, ਉਹਨਾਂ ਲਈ ਤਾਂ ਜ਼ਿਆਦਾ ਵਧੀਆ ਹੈ ਨਾ। ਜਿਹੜੇ ਅਸੀਂ ਉਹ ਬਾਹਰ ਆਉਂਦੇ ਨੇ, ਜਦੋਂ ਨਤਮਸਤਕ ਹੋਣ ਲਈ ਮੱਥਾ ਟੇਕਣ ਲਈ ਆਉਂਦੇ ਆ, ਉਦੋਂ ਦਰਸ਼ਨ ਕਰਦੇ ਮਹਾਰਾਜ ਦੇ। ਨਹੀਂ ਤਾਂ ਉਹ ਦਰਬਾਰ ਸਾਹਿਬ ਤੋਂ ਕੀਰਤਨ ਔਰ ਜਿਹੜਾ ਹੁਕਮਨਾਮਾ ਹੈਗਾ, ਫਰਮਾਨ ਹੈ, ਉਹਦਾ ਹਮੇਸ਼ਾ ਆਨੰਦ ਮਾਣਦੇ ਆ ਔਰ ਆਪਣੇ ਮਨ ਨੂੰ ਸਕੂਨ ਦਿੰਦੇ ਆ। ਬਿਲਕੁਲ। ਔਰ ਇਸੇ ਤਰ੍ਹਾਂ ਹੀ ਹੁਣ ਇਹਨਾਂ ਨੇ ਜਿਹੜਾ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ, ਇਹਦਾ ਸਾਰਾ ਕੁਝ ਹੋ ਗਿਆ, ਪਰ ਇਹਨਾਂ ਨੇ ਸਗੋਂ ਦੁਬਾਰਾ 2 ਚੈਨਲ ਸ਼ੁਰੂ ਕਰ ਦਿੱਤੇ ਆ। ਔਰ ਇਹਦੋਂ ਪਹਿਲਾਂ ਜਿਹੜੇ ਸਾਡੇ ਇਹ ਸੀਗੇ ਹਰਪ੍ਰੀਤ ਜੀ ਜਥੇਦਾਰ, ਉਹਨਾਂ ਨੇ ਪਹਿਲਾਂ ਕਹਿਤਾ ਸੀ ਵੀ ਚੈਨਲ ਸ਼ੁਰੂ ਕੀਤਾ ਜਾਵੇ, ਸੈਟੇਲਾਈਟ ਚੈਨਲ ਉਹਨਾਂ ਨੇ ਕਿਹਾ ਗਿਆ। ਪਰ ਉਹ ਚੈਨਲ ਜਿਹੜਾ ਹੁਣ ਜਥੇਦਾਰ ਜੀ ਸਾਹਿਬ ਨੇ ਕਿਹਾ ਸੈਟੇਲਾਈਟ ਚੈਨਲ ਨਹੀਂ ਖੋਲ੍ਹਣਗੇ, ਦੂਸਰੇ ਚੈਨਲ 'ਤੇ ਆ ਗਿਆ ਜਿਹੜਾ PTC ਚੈਨਲ ਜਿਹੜਾ ਪਹਿਲੇ ਹੈਗਾ, ਇਹਨਾਂ ਕਿਹਾ ਨਹੀਂ ਅਸੀਂ ਇਨਫਰਾਸਟ੍ਰਕਚਰ ਉਹੀ ਰੱਖਾਂਗੇ, ਸਾਰਾ ਕੁਝ ਉਹੀ ਕਰਾਂਗੇ। ਪਰ ਪੰਜਾਬ ਸਰਕਾਰ ਨੇ ਗੱਲ ਇਹਦਾ ਮੋੜਵਾਂ ਜਵਾਬ ਦਿੱਤਾ ਕਿ ਜੇ ਤੁਸੀਂ ਇਹਨੂੰ ਚੁੱਕੋ ਸਮਾਨ ਨੂੰ ਤਾਂ ਅਸੀਂ ਉਸੇ ਵੇਲੇ ਹੀ ਸਾਰਾ ਕੁਝ ਕੰਟੀਨਿਊ ਕਰ ਦਾਂਗੇ। ਹੋ ਸਕਦਾ ਉਹਨਾਂ ਦੀ ਵੀ ਕਿਸੇ ਨਾਲ ਗੱਲ ਚੈਨਲ ਨਾਲ ਹੋਈ ਹੋਵੇ, ਕਹਿੰਦੇ ਤੁਸੀਂ ਇੱਕ ਵਾਰੀ ਸਮਾਨ ਸੰਭਾਲੋ ਆਪਣਾ, ਅਸੀਂ ਉਸੇ ਤਰ੍ਹਾਂ ਦਾ ਇਨਫਰਾਸਟ੍ਰਕਚਰ ਫਿਰ ਦੁਬਾਰਾ ਦੇ ਦਾਂਗੇ। ਪਰ ਇਹਦੇ ਵਿੱਚ ਸਿਆਸਤ ਆ ਬੜੀ ਹੈ ਦੋਵੇਂ ਪਾਸੇ, ਪੋਲੀਟੀਕਲ ਤੌਰ 'ਤੇ ਉੱਧਰੋਂ ਵੀ ਮਾਨ ਸਾਹਿਬ ਗੱਲ ਕਰ ਰਹੇ, ਇੱਧਰੋਂ ਇਹ ਗੱਲ ਕਰ ਰਹੇ ਆ। ਔਰ ਇਹਦੇ ਵਿੱਚ ਤੁਹਾਡੀ ਗੱਲ ਉੱਥੇ ਫਿਰ ਆ ਕੇ ਟਿਕਦੀ ਹੈ, ਇਹਦੇ ਵਿੱਚ ਜੋ ਇਹ ਕੱਟਦੇ ਆ ਜਾਂ ਇਹਨੂੰ ਨਹੀਂ ਦਿੰਦੇ, ਇਹਦਾ ਨੁਕਸਾਨ ਫਿਰ ਜਿਹੜੇ ਲੋਕ ਨੇ ਜੋ ਸ਼ਰਵਣ ਕਰ ਰਹੇ ਆ ਦਰਬਾਰ ਸਾਹਿਬ ਤੋਂ ਕੀਰਤਨ, ਉਹਨਾਂ ਨੂੰ ਹੋਊਗਾ। ਪੋਲੀਟੀਕਲ ਲੀਡਰਾਂ ਨੂੰ ਕੋਈ ਮਤਲਬ ਨਹੀਂ ਗਾ। ਔਰ ਉਹਨਾਂ ਨੇ ਕਿਹਾ ਸੀ ਜਿਹੜੇ ਵੈਬਸਾਈਟ 'ਤੇ ਆ ਰਹੇ ਉਹਨਾਂ ਕੋਲ ਹਰ ਬੰਦੇ ਕੋ मोबाइल नहीं, हर बंदे को वो ऐप नहीं आनी, वो वैब नहीं आनी, इसे करके सैटेलाइट चैनल तो बहुत जरूरी है, तद करके ਇਹਦਾ ਨਿਪਟਾਰਾ ਹੋ ਸਕਦਾ, ਨਹੀਂ ਤੇ ਮਾਮਲਾ ਵਿਗੜਦਾ ਜਾਊਗਾ। ਉਹ ਸਾਰੀਆਂ ਗੱਲਾਂ ਡਿਸਕਸ਼ਨ 'ਚ ਨੇ ਜੀ। ਆਪਾਂ ਅੰਦਰਲੀ ਗੱਲ ਵੱਲ ਜ਼ਰਾ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਮਾਨ ਸਾਹਿਬ ਨੇ ਗੁਰਦੁਆਰਾ ਸੋਧ ਬਿੱਲ, ਉਹਦੇ ਉੱਤੇ ਚਰਚਾ ਹੋਈ, ਵਿਧਾਨ ਸਭਾ ਦਾ ਜੋ ਇਜਲਾਸ ਬੁਲਾਇਆ ਗਿਆ ਔਰ ਉਹਦੇ ਉੱਤੇ ਡਿਸੀਜਨ ਵੀ ਲਿੱਤਾ ਗਿਆ। ਔਰ ਗਵਰਨਰ ਸਾਹਿਬ ਨੇ ਕਿਹਾ ਕਿ ਮੈਂ ਅਟਾਰਨੀ ਜਨਰਲ ਨਾਲ ਗੱਲਬਾਤ ਕਰਾਂਗਾ, ਔਰ ਉਸ ਤੋਂ ਬਾਅਦ ਪ੍ਰਵਾਨਗੀ ਨਹੀਂ ਮਿਲੀ। ਇਸ ਚਰਚਾ ਤੋਂ ਬਾਅਦ ਜੋ ਡਿਸੀਜਨ ਲਿੱਤਾ ਗਿਆ, ਉਸ ਫੈਸਲੇ ਨੂੰ ਪ੍ਰਵਾਨਗੀ ਨਹੀਂ ਮਿਲਦੀ। ਸੋ ਅਕਾਲੀ ਦਲ ਦੇ ਪ੍ਰਤੀਨਿਧੀ ਜਾ ਕੇ ਗਵਰਨਰ ਸਾਹਿਬ ਨੂੰ ਵੀ ਮਿਲਦੇ ਨੇ ਔਰ ਸਾਡੇ ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਨੂੰ ਵੀ ਮਿਲਣ ਦੀ ਗੱਲਬਾਤ ਹੋਈ। ਸੋ ਇਹ ਕਾਫੀ ਦੇਰ ਤੋਂ ਇਹ ਮਸਲਾ ਭਖਦਾ ਰਿਹਾ ਕਿ 21 ਜੁਲਾਈ ਨੂੰ ਜਦੋਂ ਖਤਮ ਹੋ ਰਿਹਾ ਕੰਟਰੈਕਟ, ਉਸ ਤੋਂ ਬਾਅਦ ਕੀ ਹੋਏਗਾ। ਹੁਣ ਇੱਥੇ ਆ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆਪਣੇ ਵੱਲੋਂ ਇਹ ਹੁਕਮ ਦਿੰਦੇ ਨੇ PTC ਚੈਨਲ ਨੂੰ। ਹੁਣ ਇੱਥੇ ਇਹ ਪੁਆਇੰਟ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਹੁਕਮ ਕਿਉਂ ਦਿੰਦੇ ਪਏ ਨੇ? ਅਸਲ 'ਚ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਸੁਪਰੀਮ ਅਥਾਰਟੀ ਆ। ਬਿਲਕੁਲ ਸੁਪਰੀਮ ਨਾ ਅਥਾਰਟੀ ਕੇਵਲ ਸਿੱਖਾਂ 'ਚ, ਸਾਰੀਆਂ ਜਿੰਨੀਆਂ ਵੀ ਇੱਥੇ ਧਰਮ ਦੇ ਲੋਕ ਨੇ, ਜਿੰਨੇ ਵੀ ਲੋਕ ਵੱਸਦੇ ਨੇ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ ਜਿੰਨੇ ਵੀ ਸਾਰੇ ਅਦਬ ਕਰਦੇ, ਸਤਿਕਾਰ ਕਰਦੇ ਸਾਰੇ। ਔਰ ਇਹਨਾਂ ਦਾ ਜਿਹੜਾ ਹੁਕਮ ਹੁੰਦਾ ਉਹਨੂੰ ਟਾਲਿਆ ਨਹੀਂ ਜਾਂਦਾ, ਉਹ ਤਾਂ ਹੈ ਹੀ ਆ। ਜੋ ਵੀ ਹੁਕਮ ਕਰਨਗੇ ਉਹਨੂੰ ਸਾਰੇ ਲੋਕ ਜਿਹੜੇ ਆ ਉਹ ਸਿਰ ਮੱਥੇ ਆਪਣਾ ਲੈਂਦੇ ਆ, ਸਤਿਕਾਰ ਨਾਲ ਨਵਾਜਦੇ ਆ, ਪ੍ਰਵਾਨ ਕਰਦੇ ਆ। ਪਰ ਇਹਦੇ ਵਿੱਚ ਜਿਹੜੀ ਹੈਗੀ ਆ, ਇਹ ਕਈ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਮਿਲ ਚੁੱਕੀਆਂ ਨੇ। ਇਹਦੇ ਵਿੱਚ ਜਿੰਨੇ ਵੀ ਬੁੱਧੀਮਾਨ ਲੋਕ ਨੇ, ਜਿੰਨੇ ਵੀ ਲੋਕ ਸਿਆਣੇ ਨੇ, ਸਕਾਲਰ ਨੇ, ਉਹਨਾਂ ਨੇ ਇਹ ਕਿਹਾ ਕਿ ਜਥੇਦਾਰ ਸਾਹਿਬ ਨੂੰ ਇਹ ਹੁਕਮ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਇਹਦੇ ਵਿੱਚ ਜਦੋਂ ਪਹਿਲੇ ਜਥੇਦਾਰ ਕਰ ਚੁੱਕੇ ਕਿ ਸੈਟੇਲਾਈਟ ਚੈਨਲ ਨਵਾਂ ਖੋਲ੍ਹ ਲੈਣ ਆਪਣਾ, ਔਰ ਸ਼੍ਰੋਮਣੀ ਕਮੇਟੀ ਦੇ ਨਾਂ 'ਤੇ ਹੋਣਾ ਚਾਹੀਦਾ ਹੈ। ਹੁਣ ਦੁਬਾਰਾ ਜਿਹੜਾ ਹੈਗਾ ਕਿ ਦੂਸਰੇ ਜਥੇਦਾਰ ਸਾਹਿਬ ਆ ਗਏ, ਉਹਨਾਂ ਨੇ ਉਹਦੇ ਉਲਟੀ ਗੱਲ ਕਰ ਦਿੱਤੀ। ਉਹਨਾਂ ਨੇ ਇਹ ਕਹਿਤਾ ਕਿ ਇਹ ਚੈਨਲ ਫਿਰ ਉਹੀ ਗੱਲ ਕਰੂਗਾ। ਹੁਣ ਜਿਹੜੀ ਗੱਲ ਕਰ ਚੁੱਕੇ ਆ, ਜਿਹੜਾ ਸਾਰਾ ਕੁਝ ਹੋ ਗਿਆ, ਉਹਦੇ 'ਤੇ ਜਥੇਦਾਰ ਸਾਹਿਬ ਨੇ ਫਿਰ ਲਿਆ ਕੇ ਮੋੜ ਕੇ ਉੱਥੇ ਗੱਲ ਕਰ ਦਿੱਤੀ ਹੈ। ਹਾਲਾਂਕਿ ਲੋਕਾਂ ਨੇ ਇਹਦੇ 'ਤੇ ਕੋਈ ਆਲੋਚਨਾ ਨਹੀਂ ਕੀਤੀ, ਸਾਰਾ ਕੁਝ ਉਹੀ ਗੱਲ ਹੈ, ਉਸੇ ਤਰ੍ਹਾਂ ਚੱਲੂਗਾ। ਬਲਕਿ ਇਹਨਾਂ ਨੇ ਦੁਬਾਰਾ ਵੈਬਸਾਈਟ, ਦੁਬਾਰਾ ਚੈਨਲ ਉਹ ਸ਼ੁਰੂ ਕਰ ਦਿੱਤਾ। ਪਰ ਕਈ ਦੇਸ਼ ਐਸੇ ਆ ਜਿੱਥੇ ਵੈਬਸਾਈਟ ਜਿਹੜਾ ਚੈਨਲ ਨਹੀਂ ਚੱਲੂਗਾ। ਉਹ ਜਿਸ ਤਰ੍ਹਾਂ ਅਰਬ ਦੇ ਕੁਝ ਕੰਟਰੀ ਨੇ, ਸਾਊਥ ਕੋਰੀਆ, ਨਾਰਥ ਕੋਰੀਆ, ਉੱਥੇ ਨਹੀਂ ਗੁਰਬਾਣੀ ਕੀਰਤਨ ਜਾਊਗਾ। ਹਾਲਾਂਕਿ ਪੰਜਾਬੀ ਉੱਥੇ ਬਹੁਤ ਬੈਠੇ ਆ, ਸਿੱਖ ਸਮੁਦਾਇ ਦੇ ਲੋਕ ਬਹੁਤ ਬੈਠੇ ਉੱਥੇ ਔਰ ਉਹਦੇ ਵਿੱਚ ਵੇਖਣਾ ਚਾਹ ਰਹੇ ਆ। ਜੇ ਅਸੀਂ ਇਕੱਲੀ ਗੱਲ ਜੋੜ ਦਈਏ ਸਿੱਖ ਸਮੁਦਾਇ ਨਾਲ, ਸਿੱਖ ਕਮਿਊਨਿਟੀ ਨਾਲ, ਇਹ ਵੀ ਗੱਲ ਨਹੀਂ ਚੰਗੀ ਲੱਗਦੀ। ਇਹ ਗੁਰਬਾਣੀ ਕੀਰਤਨ ਨੂੰ ਸੁਣਨ ਲਈ ਸਾਰੀਆਂ ਕੌਮਾਂ, ਸਾਰੇ ਧਰਮ, ਸਾਰੇ ਲੋਕ ਸਭ ਸੁਣਨਾ ਚਾਹੁੰਦੇ ਨੇ। ਇੱਥੇ ਬਲਕਾਰ ਜੀ ਨੁਕਤਾ ਇਹੀ ਹੈ ਜਿਹਦੇ ਉੱਤੇ ਆਪਾਂ ਨੂੰ ਜਿੰਨਾ ਵੀ ਆਪਾਂ ਸਮਝ ਰੱਖਦੇ ਹਾਂ, ਆਪਾਂ ਗੱਲਬਾਤ ਕਰੀਏ। ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਦਾ ਇਹ ਜਿਹੜਾ ਬਿਆਨ ਹੈ ਜਾਂ ਇਹ ਜਿਹੜਾ ਹੁਕਮ ਹੈ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਜਾਰੀ ਕੀਤਾ ਹੈ, ਇਹ ਕਿਤੇ ਨਾ ਕਿਤੇ ਅੰਦਰੋਂ ਰਾਜਨੀਤੀ ਨਾਲ ਪ੍ਰੇਰਿਤ ਹੈ? ਕਿਉਂਕਿ ਕਈ ਸਿਆਣਪ ਵਾਲੇ ਜੋ ਬੈਠੇ ਨੇ, ਐਕਸਪਰਟ, ਕਈ ਸਿਆਣੇ ਜੋ ਬੈਠੇ ਨੇ,
ਮਤਲਬ ਚਰਚਾ ਕਰਦੇ ਨੇ ਸਾਰੇ ਜਾਣੇ। ਉਹਨਾਂ ਨੇ ਗੱਲ ਉਹਨਾਂ ਨੇ ਇਹ ਗੱਲ ਜ਼ਰੂਰ ਕੀਤੀ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਦਾ ਇੰਟਰਫੇਰੈਂਸ ਹੈਗੀ ਹੈ ਕਿਤੇ ਨਾ ਕਿਤੇ ਫੈਸਲਿਆਂ ਦੇ ਵਿੱਚ, ਉਹ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਫੈਸਲਿਆਂ ਨੂੰ। ਕਿਤੇ ਨਾ ਕਿਤੇ ਇਹ ਗੱਲ ਜਿਹੜੇ ਮਾਹਿਰ ਬੈਠੇ ਨੇ ਉਹ ਇਹ ਗੱਲ ਕਰਦੇ ਨੇ। ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ ਕਿ ਅਕਾਲੀ ਦਲ ਕਿੰਨਾ ਕੁ ਇੰਟਰਫੇਅਰ, ਕਿੰਨੀ ਕੁ ਦਖਲ ਅੰਦਾਜ਼ੀ ਰੱਖਦਾ ਹੈ ਇਹਨਾਂ ਫੈਸਲਿਆਂ ਦੇ ਵਿੱਚ? ਹਾਂ, ਇਹ ਅੱਜ ਦੀ ਗੱਲ ਨਹੀਂ ਹੈਗੀ। ਬਹੁਤ ਵਾਰੀ ਜਥੇਦਾਰੀ ਦੇ ਨੋਮੀਨੇਸ਼ਨ ਲਈ ਬਹੁਤ ਵਾਰੀ ਰੌਲਾ ਪਿਆ ਵੀ ਹੈ। ਬੀਬੀ ਜਗੀਰ ਕੌਰ ਜਦੋਂ ਆਈ ਆ, ਜਦੋਂ ਅਕਾਲੀ ਦਲ ਦੇ ਵਿੱਚ ਉਹ ਰਹੇ ਸਰਗਰਮ, ਜਦੋਂ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਹੋਈ ਆ, ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਹੋਈ ਆ, ਤਾਂ ਉਹ ਆਂਦੇ ਲਿਫਾਫਿਆਂ 'ਚ ਆ ਰਿਹਾ, ਤੁਹਾਨੂੰ ਪਤਾ ਹੋਏਗਾ। ਉਹ ਕਹਿੰਦੇ ਜੇ ਲਿਫਾਫਿਆਂ 'ਚ ਆਏ ਤਾਂ ਮੈਂ ਤਾਂ ਬਾਈਕਾਟ ਕਰਕੇ ਨਿਕਲ ਜੂਗੀ। ਔਰ ਬਾਕਾਇਦਾ ਉਹ ਗਈ ਵੀ, ਔਰ ਉਹਨੇ ਅਸਤੀਫਾ ਵੀ ਦਿੱਤਾ, ਔਰ ਉਸ ਤੋਂ ਬਾਅਦ ਉਹ ਅਲੱਗਾ ਰਹੀ। ਉਸ ਤੋਂ ਬਾਅਦ ਜਦੋਂ ਹੀ ਹੋਇਆ ਇਹ ਵਾਕਈ ਬੰਦ ਲਿਫਾਫਿਆਂ 'ਚ ਆਉਂਦਾ ਸਾਰਾ ਕੁਝ ਉਹੀ ਹੈ, ਜਦੋਂ ਕਿ ਬੜੇ ਅਦਬ ਸਤਿਕਾਰ ਵਾਲੀ ਇਹ ਨਿਯੁਕਤੀ ਹੈ ਜਿਹੜੀ ਵੀ ਜੋ ਹੈਗੀ ਆ ਸੁਪਰੀਮ ਅਥਾਰਟੀ ਆ, ਔਰ ਜਿਹਨੂੰ ਮੰਨਣਾ ਸਾਰਿਆਂ ਦੇ ਲਈ ਯੋਗ ਆ। ਪਰ ਜਿਹਦੇ ਵਿੱਚ ਸਿਆਸਤ ਆ ਜਾਂਦੀ ਹੈ, ਜਿਹਦੀ ਹੁਣ ਤੁਸੀਂ ਗੱਲ ਕੀਤੀ, ਇਹਦੇ ਵਿੱਚ ਵਾਕਿਆ ਸਿਆਸਤ ਦਾ ਰਲਗੋਬਾ ਆ ਜਾਂਦਾ ਵਾ, ਜਦੋਂ ਕਿ ਨਹੀਂ ਆਉਣਾ ਚਾਹੀਦਾ। ਇਹ ਅਕਾਲ ਤਖਤ ਦੀ ਸਥਾਪਨਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ, ਔਰ ਇਹਦਾ ਅਦਬ ਸਤਿਕਾਰ ਪੂਰੀ ਕਮਿਊਨਿਟੀਆਂ ਸਾਰੀਆਂ ਕਰਦੀਆਂ। ਭਾਈ ਗੁਰਦਾਸ ਜੀ ਇਹਨਾਂ ਦੇ ਨਾਲ ਸੀਗੇ ਉਦੋਂ। ਔਰ ਇਹ ਜਦੋਂ ਬਾਅਦ ਸਰਕਾਰ ਬਣਦੀਆਂ ਰਹੀਆਂ, ਬਾਦਲ ਸਰਕਾਰ ਬਣਦੀ ਰਹੀ, ਔਰ ਇਹਦੀ ਨਿਯੁਕਤੀ ਲਈ ਕੁਛ ਨਾ ਕੁਛ ਰੌਲਾ ਪੈਂਦਾ ਰਿਹਾ। ਔਰ ਉਹਦੇ ਵਿੱਚ ਕਈ ਜਥੇਦਾਰ ਇਹਦੇ ਤੋਂ ਅਸਤੀਫਾ ਵੀ ਦੇ ਗਏ, ਔਰ ਕਈ ਜਥੇਦਾਰਾਂ ਨੇ ਇਹਦੇ 'ਤੇ ਰੋਕ ਵੀ ਲਾਈ, ਔਰ ਬਹੁਤ ਕੁਛ ਇਹਦੇ ਲਈ ਹੋਇਆ। ਔਰ ਜਿਹਦੇ ਵਿੱਚ ਜਿੰਨੇ ਵੀ ਤਖਤ ਨੇ, 5 ਤਖਤ ਹੈਗੇ ਆ, ਸਿੱਖਾਂ ਦੇ 5 ਤਖਤ ਹੈਗੇ ਆ। ਦਮਦਮਾ ਸਾਹਿਬ, ਤਲਵੰਡੀ ਸਾਬੋ ਦਾ ਹੈਗਾ, ਸ੍ਰੀ ਅਕਾਲ ਤਖਤ ਸਾਹਿਬ ਹੈਗਾ, ਔਰ ਜੋ ਹਜੂਰ ਸਾਹਿਬ ਹੈ, ਪਟਨਾ ਸਾਹਿਬ ਆ, ਤਖਤ ਅਨੰਦਪੁਰ ਸਾਹਿਬ ਹੈ, ਔਰ ਇਸੇ ਤਰ੍ਹਾਂ ਦੇ ਤਖਤ 5 ਨੇ ਆਪਣੇ, 5 ਤਖਤ ਨੇ ਜਿਨ੍ਹਾਂ ਦਾ ਬਹੁਤ ਅਦਬ ਸਤਿਕਾਰ ਹੁੰਦਾ। ਔਰ ਜਿਹੜਾ ਵੀ ਕਦੇ ਕੁਛ ਹੁੰਦਾ ਜੋ ਸਿਆਸੀ ਰੰਗ ਆਉਂਦਾ ਜਾਂ ਹੁੰਦਾ, ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਲਈ ਹਮੇਸ਼ਾ ਹੁੰਦਾ। ਹੁਣ ਇਹਨਾਂ ਨੇ ਆਹ ਜਿਹੜੀ ਗੱਲ ਕਰ ਦਿੱਤੀ ਆ, ਜਿਸ 'ਚ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੈਗਾ, ਇਹ ਜਥੇਦਾਰ ਸਾਹਿਬ ਨੇ ਜੋ ਕੀਤਾ ਹੁਕਮਨਾਮਾ, ਹੁਕਮ ਦੇ ਦਿੱਤਾ ਉਹਨਾਂ ਨੇ। ਹੁਕਮ ਦੇਣ ਦੇ ਨਾਲ ਇਹਨੂੰ ਕੋਈ ਕਿਸੇ ਨੇ ਟਾਲਣਾ ਤਾਂ ਨਹੀਂ, ਇਹਨਾਂ ਨੇ ਮੰਨ ਲੈਣਾ ਸਾਰਾ ਕੁਝ ਹੋਣਾ। ਪਰ ਇਹਦੇ ਵਿੱਚ ਸਿਆਸੀ ਰੰਗ ਜ਼ਿਆਦਾ ਆ ਰਿਹਾ, ਜਿਹਦੇ ਵਿੱਚ ਲੋਕਾਂ ਨੇ ਜ਼ਿਆਦਾ ਇਹਨਾਂ ਦੇ ਵਿੱਚ ਕਿਹਾ, ਜਿਹੜੇ ਸਿਆਸੀ ਲੋਕ ਨੇ ਜਾਂ ਜਿਹੜੇ ਲੋਕ ਨੇ, ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ। ਹਾਂ ਬਿਲਕੁਲ, ਕਿਉਂਕਿ ਇਹ ਗੱਲ ਸਾਫ਼ ਤੌਰ 'ਤੇ ਸਾਹਮਣੇ ਦਿਖ ਵੀ ਰਹੀ ਹੈ ਕਿ ਕਿਤੇ ਨਾ ਕਿਤੇ ਸਿਆਸਤ ਦੀ ਦਖਲ ਅੰਦਾਜ਼ੀ ਹੈ। ਹਾਂ, ਇਹ ਚੀਜ਼ ਦਿਖਾਈ ਦੇ ਰਹੀ ਹੈ। ਜ਼ਰੂਰ ਜੀ, ਆਪਾਂ ਅੱਗੇ ਚੱਲਦੇ ਹਾਂ, ਕਿਉਂਕਿ ਸਿਆਸਤ ਦਾ ਬਾਜ਼ਾਰ ਹੈ, ਸਾਰੀਆਂ ਸਿਆਸਤ ਦੀਆਂ ਖਬਰਾਂ ਨੇ ਆਪਣੇ ਕੋਲ। ਤੇ ਹੁਣ ਮਨੀਪੁਰ ਦੀ ਸਿਆਸਤ ਤੇ ਆਉਂਦੇ ਆ। ਮਨੀਪੁਰ ਦੇ ਵਿੱਚ ਅਸੀਂ ਦੇਖਦੇ ਪਿਛਲੇ 2-2.5 ਮਹੀਨਿਆਂ ਤੋਂ ਕਾਫੀ ਕਤਲ-ਓ-ਗਾਰਤ ਹੋ ਰਹੀ ਹੈ। 2 ਕਬੀਲੇ ਆਪਸ ਦੇ ਵਿੱਚ ਲੜਦੇ ਨੇ, ਜਾਨਾਂ ਵੀ ਜਾਂਦੀਆਂ ਨੇ। ਤਾਂ ਹੁਣ ਕੁਝ ਦਿਨ ਪਹਿਲਾਂ ਜੋ ਇੱਕ ਵੀਡੀਓ ਸਾਹਮਣੇ ਆਈ ਹੈ, ਔਰਤਾਂ ਨਾਲ ਬਦਸਲੂਕੀ ਕੀਤੀ ਗਈ। ਸੋ ਉਸ ਤੋਂ ਬਾਅਦ ਪੂਰੇ ਵਿਸ਼ਵ ਦੇ ਵਿੱਚ ਉਹਦੀ ਚਰਚਾ ਹੋ ਰਹੀ ਹੈ। ਫਰਾਂਸ ਦੀ ਪਾਰਲੀਮੈਂਟ ਵਿੱਚ ਹੋਈ, ਅਮਰੀਕਾ ਦੇ ਵਿੱਚ ਹੋਈ, ਮਤਲਬ ਵਿਸ਼ਵ ਦੀ ਹਰ ਪਾਰਲੀਮੈਂਟ ਦੇ ਵਿੱਚ ਤਕਰੀਬਨ ਇਸ ਬਾਰੇ ਚਰਚਾ ਹੁੰਦੀ ਪਈ ਹੈ ਵੀ ਇਹ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ। ਸੋ ਕਹਿੰਦੇ ਨੇ ਕਿ ਜਿਹੜੇ ਉਹ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਸ਼ਖਸ, ਉਹਨਾਂ ਵਿੱਚੋਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ। 4 ਜਾਂ 5 ਬੰਦੇ ਗ੍ਰਿਫਤਾਰ ਵੀ ਕਰ ਲਿੱਤੇ ਗਏ ਨੇ। ਪਰ ਉਹ ਮੌਬ ਹੈ, ਪੂਰੀ ਭੀੜ ਹੈ, ਭੀੜ ਤੰਤਰ ਹੈ। ਉਹਦੇ 'ਚ ਕਿਹਨੂੰ ਫੜਾਂਗੇ, ਕਿਉਂਕਿ ਭੀੜ ਦਾ ਕਦਾ ਕੋਈ ਚਿਹਰਾ ਹੁੰਦਾ ਨਹੀਂ। ਉਹਦੇ ਵਿੱਚ ਜਿਹੜੇ ਵੀਡੀਓਜ਼ ਦਿਖਦੇ ਪਏ ਨੇ ਉਹ ਸਾਹਮਣੇ ਆਉਂਦੇ ਪਏ ਨੇ। ਸੋ ਮਨੀਪੁਰ ਦੇ ਵਿੱਚ ਔਰਤਾਂ ਨਾਲ ਜਿਹੜੀ ਬਦਸਲੂਕੀ ਦੀ ਘਟਨਾ ਹੋਈ ਹੈ, ਦੋਸ਼ੀ ਗ੍ਰਿਫਤਾਰ ਹੋਏ ਨੇ, ਪਰ ਸ਼ਾਂਤੀ ਦੀ ਬਹਾਲੀ ਉੱਥੇ ਹਜੇ ਵੀ ਵਿਖਾਈ ਨਹੀਂ ਦੇ ਰਹੀ ਕਿ ਉੱਥੇ ਸ਼ਾਂਤੀ ਹੈ ਜਾਂ ਨਹੀਂ ਹੈ, ਕਿਉਂਕਿ ਹਜੇ ਵੀ ਮਾਹੌਲ ਉੱਦਾਂ ਹੀ ਗਰਮ ਬਣਿਆ ਹੋਇਆ ਹੈ। ਔਰ ਕਿਤੇ ਨਾ ਕਿਤੇ ਵੀਡੀਓਜ਼ ਇਹ ਵੀ ਆ ਰਹੀਆਂ ਨੇ ਕਿ ਇੱਕ ਕਮਿਊਨਿਟੀ ਕਹਿੰਦੀ ਹੈ ਕਿ ਅਸੀਂ ਦੂਸਰੀ ਕਮਿਊਨਿਟੀ ਨਾਲ ਰਹਿਣਾ ਹੀ ਨਹੀਂ ਚਾਹੁੰਦੇ, ਸਾਨੂੰ ਵੱਖ ਕਰ ਦਿੱਤਾ ਜਾਵੇ। ਹੁਣ ਇਸ ਤਰ੍ਹਾਂ ਤੇ ਭਾਰਤ ਦੀ ਅਖੰਡਤਾ ਦੇ ਉੱਤੇ ਵੀ ਚੋਟ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਂ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਉੱਕਾ ਦੁੱਕਾ ਜਿਹੜੀਆਂ ਉੱਥੇ ਘਟਨਾਵਾਂ ਹੋਈਆਂ ਵਾ, ਉਹ ਤਾਂ ਸਹਾਰਦੇ ਰਹੇ ਲੋਕ। ਪਰ ਜਦੋਂ ਬਾਅਦ ਇੱਕ ਵੱਡੀ ਘਟਨਾ ਹੋ ਗਈ ਜਿਹਦੇ ਵਿੱਚ ਨਿਰਵਸਤਰ ਕਰਕੇ ਔਰਤਾਂ ਨੂੰ ਘੁਮਾਇਆ ਗਿਆ, ਉਹਨਾਂ ਨੂੰ ਘੁਮਾਉਣ ਤੋਂ ਬਾਅਦ ਉਹਨਾਂ ਨੇ ਐਕਟੀਵਿਟੀਜ਼ ਕੀਤੀ ਹੈ, ਕਈ ਕੁਝੀਆਂ ਹਰਕਤਾਂ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਉਹ ਉਸ ਗੱਲ ਵੱਲ ਪ੍ਰੇਰਿਤ ਕੀਤਾ ਕਿ ਇਹ ਗਲਤ ਕੰਮ ਕੀਤਾ। ਉਸ ਕਰਕੇ ਲੋਕਾਂ ਨੇ ਇਹਨੂੰ ਭੰਡਿਆ ਇਸ ਗੱਲ ਨੂੰ, ਔਰ ਲੋਕਾਂ ਨੇ ਕਿਹਾ ਕਿ ਇਹ ਗੱਲ ਜਿਹੜੀ ਹੈ ਬੜੀ ਘਿਨਾਉਣੀ ਗੱਲ ਕੀਤੀ ਇਹਨਾਂ ਨੇ ਜੀ। ਔਰ ਉਹਦੇ ਵਿੱਚ ਰਾਜਨੀਤੀ ਜਿਹੜੀ ਹੈਗੀ, ਉਹਦੇ ਵਿੱਚ ਜਿਹੜੇ ਮੰਤਰੀ ਨੇ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਜੀ, ਉਹਨਾਂ ਦਾ ਬਿਆਨ ਹੈਗਾ ਕਿ ਇਹਦੇ ਵਿੱਚ ਸਿਰਫ ਮਨੀਪੁਰ 'ਚ ਨਹੀਂ ਹੋਇਆ। ਕਹਿੰਦੇ ਨੇ ਜਿਹੜਾ ਬੰਗਾਲ ਆ, ਪੱਛਮੀ ਬੰਗਾਲ, ਉੱਥੇ ਕੀ ਹੋ ਰਿਹਾ, ਰਾਜਸਥਾਨ 'ਚ ਕੀ ਹੋ ਰਿਹਾ, ਔਰ ਉਹਦੇ ਵਿੱਚ ਬਾਕੀ ਸੂਬਿਆਂ ਦੀ ਵੀ ਗੱਲ ਕੀਤੀ। ਉਹਨਾਂ ਸੂਬਿਆਂ ਦੀ ਗੱਲ ਕੀਤੀ ਹੈ ਜਿੱਥੇ ਉਹਨਾਂ ਦੀ ਸਰਕਾਰ ਨਹੀਂ।
ਔਰ ਉਹਨਾਂ ਨੇ ਕਿਹਾ ਕਿ ਕੇਵਲ ਮਨੀਪੁਰ 'ਚ ਨਹੀਂ ਹੋਇਆ, ਇਹਨੂੰ ਕਿਉਂ ਉਕਸਾ ਰਹੀ ਹੈ ਰਾਜਨੀਤੀ, ਇਹਨੂੰ ਵਿਰੋਧੀ ਪਾਰਟੀਆਂ ਕਿਉਂ ਵੱਧ ਅਤੇ ਗਲਤ ਤਰ੍ਹਾਂ ਪੇਸ਼ ਕਰ ਰਹੇ ਆ। ਜੇ ਹੁੰਦਾ ਤਾਂ ਹਿੰਦੁਸਤਾਨ 'ਚ ਕਈ ਤਰ੍ਹਾਂ ਦੀਆਂ ਜਾਤੀਆਂ ਪ੍ਰਜਾਤੀਆਂ, ਕਈ ਤਰ੍ਹਾਂ ਦੀਆਂ ਭਾਸ਼ਾ, ਕਈ ਤਰ੍ਹਾਂ ਦੇ ਲੋਕ ਰਹਿੰਦੇ ਆ, ਉੱਚਾ ਨੀਵਾਂ ਕਰ ਜਾਂਦੇ ਆ, ਪਰਿਵਾਰ ਵਿੱਚ ਵੀ ਲੜਾਈ ਝਗੜਾ ਹੁੰਦਾ ਹੀ ਆ। ਪਰ ਜੇ ਘਿਨਾਉਣੀ ਆ ਹਰਕਤ ਕੀਤੀ ਆ, ਇਸ ਹਰਕਤ ਨੂੰ ਤਾਂ ਜਿਹੜੇ ਸੂਚਨਾ ਪ੍ਰਸਾਰਣ ਮੰਤਰੀ ਨੇ ਉਹਨਾਂ ਨੇ ਵੀ ਭੰਡਿਆ ਕਿ ਗਲਤ ਹੋਇਆ। ਪਰ ਉਹਨਾਂ ਨੇ ਕਿਹਾ ਤਬਦੀਸ਼ ਚੱਲ ਰਹੀ ਹੈ, ਅਸੀਂ ਉਹਦੇ ਵਿੱਚ ਜਿਹੜੇ ਵੀ ਬੰਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ। ਔਰ ਦੂਜੀ ਗੱਲ ਜਿਹੜੀ ਮਹਿਲਾ ਮੰਡਲ ਦੇ ਵਿਸ਼ਵ ਦੇ ਜਿਹੜੇ ਇੰਡੀਆ ਦੇ ਪ੍ਰਧਾਨ ਨੇ ਸ਼ਰਮਾ ਮੈਡਮ ਨੇ, ਉਹਨਾਂ ਨੇ ਵੀ ਇਹਦਾ ਬਹੁਤ ਵੱਡਾ ਜਿਹੜਾ ਦੁੱਖ ਪ੍ਰਗਟਾਇਆ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਅਸੀਂ ਤਾਂ ਇਹਨੂੰ ਪਹਿਲਾਂ ਵੀ ਕਈ ਨੋਟਿਸ ਭੇਜਿਆ, ਪਰ ਸਰਕਾਰ ਨੇ ਉਹਦਾ ਕੋਈ ਵੀ ਜਵਾਬ ਨਹੀਂ ਦਿੱਤਾ, ਛੇਤੀ ਤੋਂ ਛੇਤੀ ਨਹੀਂ ਰਿਪਲਾਈ ਕੀਤਾ। ਔਰ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਉੱਥੇ ਮਨਸੂਬੇ ਬਣਾ ਕੇ ਲੋਕ ਚੱਲ ਰਹੇ ਆ, ਔਰ ਜਿਹਦੇ ਵਿੱਚ ਇਹ ਦੋ ਕੁੱਕੀ ਅਤੇ ਮਤੋਈ ਜਿਹੜੀਆਂ ਉੱਥੇ ਦੋ ਸਮੁਦਾਇ ਨੇ ਟਰਾਈਬਲ, ਉਹਨਾਂ ਦਾ ਆਪਸੀ ਟਕਰਾਅ ਚੱਲ ਰਿਹਾ। ਔਰ ਆਪਸੀ ਟਕਰਾਅ ਨੂੰ ਜੇ ਰੋਕਣਾ ਚਾਹੁਣ ਤਾਂ ਉੱਥੇ ਪਾਬੰਦੀ ਦੇ ਤੌਰ 'ਤੇ ਆਰਮੀ ਭੇਜੀ ਜਾ ਸਕਦੀ ਹੈ। ਪਰ ਇਹ ਇੱਕ ਤਰ੍ਹਾਂ ਦਾ ਤਮਾਸ਼ਾ ਵੀ ਬਣਾ ਲਿਆ ਜਿਹਨੂੰ ਨਹੀਂ ਰੋਕਿਆ ਗਿਆ, ਕਿਉਂਕਿ ਇਹ ਇੰਡੀਅਨ ਲੋਕ ਨੇ, ਸਾਡੇ ਆਪਣੇ ਨਾਗਰਿਕ ਆ। ਇਹ ਕੋਈ ਬਾਹਰੋਂ ਪ੍ਰਵਾਸੀ ਤਾਂ ਆਏ ਨਹੀਂ ਕਿ ਲੋਕਾਂ ਨੂੰ ਮਾਰ ਦੇਣਗੇ ਜਾਂ ਕੁੱਟ ਦੇਣਗੇ। ਇੰਨੀ ਫੋਰਸ ਕਾਹਦੇ ਲਈ ਰੱਖੀ ਹੈ, ਇੰਨੀ ਮਿਲਟਰੀ ਕਾਹਦੇ ਲਈ ਰੱਖੀ ਹੈ, ਇੰਨੀ ਪੁਲਿਸ ਕਾਹਦੇ ਲਈ ਰੱਖੀ ਹੈ, CRPF ਰੱਖਿਆ ਉੱਥੇ, ਔਰ ਕਈ ਤਰ੍ਹਾਂ ਦੀਆਂ ਫੋਰਸਾਂ ਬੈਠੀਆਂ ਨੇ। ਔਰ ਫਿਰ ਜੇ ਇਹਨਾਂ ਕੋਲ ਆਪਣੇ ਇੰਟਰਨਲ ਜਿਹੜੀ ਆ ਪ੍ਰੋਬਲਮ ਹੈਗੀ ਆ, ਉਹਨੂੰ ਨਹੀਂ ਜੇ ਸੰਭਾਲ ਸਕਦੇ ਤਾਂ ਬਾਹਰਲੇ ਹਮਲੇ ਨੂੰ ਕਿੱਦਾਂ ਸੰਭਾਲਣਗੇ। ਔਰ ਉਹਦੇ ਵਿੱਚ ਜੇ ਅਸੀਂ ਗੱਲ ਕਰੀਏ ਜਿਹੜੀਆਂ ਦੋ ਔਰਤਾਂ ਨੂੰ ਬੇਪਤ ਕੀਤਾ ਗਿਆ, ਉਹਨਾਂ ਵਿੱਚ ਇੱਕ ਔਰਤ ਫੌਜੀ, ਸਾਬਕਾ ਫੌਜੀ, ਉਹਨਾਂ ਦੀ ਪਤਨੀ ਹੈ। ਕਾਰਗਿਲ ਲੜਾਈ ਦੇ ਵਿੱਚ ਉਹਨਾਂ ਨੇ ਲੜਾਈ ਕੀਤੀ ਉਹਨਾਂ 71 ਦੀ, ਉਹਨਾਂ ਕਈ ਲੜਾਈਆਂ ਲੜੀਆਂ ਉੱਥੇ। ਉਹ ਕਹਿੰਦਾ ਮੈਂ ਦੇਸ਼ ਦੀ ਇੱਜ਼ਤ ਨੂੰ ਤਾਂ ਬਚਾ ਸਕਿਆ, ਮੈਂ ਆਪਣੀ ਕੁਰਬਾਨੀ ਦਿੱਤੀ ਉੱਥੇ ਉੱਥੋਂ ਮੈਂ ਦੁਸ਼ਮਣਾਂ ਨੂੰ ਭਜਾਇਆ, ਪਰ ਇੱਥੇ ਮੈਂ ਆਪਣੀ ਬੇਪਤ ਇੱਜ਼ਤ ਜਿਹੜੀ ਆ ਉਹ ਲਟਾ ਲਈ ਆ। ਮੇਰੀ ਇਹਦੇ 'ਚ ਜੀਣ ਦਾ ਕੋਈ ਮਤਲਬ ਹੱਜ ਨਹੀਂ ਮੇਰਾ। ਔਰ ਉਹ ਬੰਦੇ ਦੀ ਜੋ ਤਰਾਸਦੀ ਅੰਦਰ ਦੀ ਜੋ ਉਹਦੇ ਜਜ਼ਬਾਤ ਆ, ਉਹਨੇ ਜਿਹੜੇ ਸਾਂਝੇ ਕੀਤੇ ਲੋਕਾਂ ਨੇ, ਕਿੰਨੀ ਗਲਤ ਗੱਲ ਹੈ ਕਿ ਜਿਹਨੇ ਦੇਸ਼ ਤੇ ਕੌਮ ਦੀ ਰਾਖੀ ਕੀਤੀ ਹੋਵੇ, ਉਹਦੀ ਘਰ ਵਾਲੀ ਨੂੰ ਹੀ ਨੰਗਨ ਕਰਕੇ ਔਰ ਬਾਜ਼ਾਰਾਂ 'ਚ ਘੁਮਾਇਆ ਗਿਆ ਹੋਵੇ। ਇਹ ਦੇਸ਼ ਵਿੱਚ ਜਿਹੜੀ ਰਾਜਨੀਤੀ ਆ, ਜੋ ਲੋਕਤੰਤਰ ਆ, ਜੋ ਸੰਵਿਧਾਨ ਆ, ਜੋ ਕਾਨੂੰਨ ਕਾਇਦਾ ਵਾ, ਉਹ ਛਿੱਕੇ ਟੰਗ ਦਿੱਤਾ ਗਿਆ। ਜੋ ਵੀ ਅਸੀਂ ਕਰਦੇ ਹਾਂ ਇਹਦੇ ਵਿੱਚ ਇਹਨੂੰ ਅਸੀਂ ਕਹਾਂਗੇ ਕਿ ਜੰਗਲੀ ਰਾਜ ਹੈ। ਇਹ 'ਚ ਅਨਸਿਵਲਾਈਜ਼ਡ ਜਿਹੜੇ ਗੈਰ ਸੰਵਿਧਾਨਕ ਕੰਮ ਕਰਦੇ ਆ, ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸੰਵਿਧਾਨ ਕੀ ਹੈ, ਲਾ ਕੀ ਹੈਗਾ, ਕਾਨੂੰਨ ਕੀ ਹੈਗਾ, ਲੋਕਾਂ ਦੇ ਆਰਡਰ ਕੀ ਹੈ, ਸੁਰੱਖਿਆ ਦਲ ਕੀ ਹੈਗੇ ਆ। ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹੈ, ਹਜ਼ਾਰੇਦਾਰੀ ਕਹਿੰਦੇ ਆ। ਔਰ ਉਸ ਮਨਮਰਜ਼ੀ ਦਾ ਮਤਲਬ ਹੈਗਾ ਕਿ ਇੱਥੇ ਕਾਨੂੰਨ ਦੀ ਕੋਈ ਵਿਵਸਥਾ ਹੀ ਨਹੀਂ ਹੈਗੀ। ਬਿਲਕੁਲ ਕਾਨੂੰਨ, ਕਿਉਂਕਿ ਵਿਦੇਸ਼ਾਂ ਦੇ ਵਿੱਚ ਜੋ ਸਾਡੀ ਛਵੀ ਬਣਦੀ ਪਈ ਹੈ, ਇਮੇਜ ਬਣਦੀ ਪਈ ਹੈ, ਉਹੀ ਚੱਲਦੀ ਪਈ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਤੇ ਉੱਥੇ ਇਹ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ, ਇਹ ਕੀ ਹੋ ਰਿਹਾ। ਤਾਂ ਇਹ ਚਰਚਾ ਦਾ ਵਿਸ਼ਾ ਵੀ, ਔਰ ਸਾਡੀ ਇਮੇਜ ਦੇ ਉੱਤੇ ਸੱਟ ਵੀ ਵੱਜਦੀ ਪਈ ਹੈ। ਇੰਟਰਨੈਸ਼ਨਲ ਮੀਡੀਆ ਜਿਸ ਤਰ੍ਹਾਂ ਸਾਨੂੰ ਡੀਲ ਕਰਦਾ ਪਿਆ ਇਸ ਮੁੱਦੇ ਦੇ ਉੱਤੇ, ਇਹ ਮਤਲਬ ਭਾਰਤ ਦੀ ਛਵੀ ਨੂੰ ਖਰਾਬ, ਮਤਲਬ ਇੱਕ ਸੱਟ ਲੱਗ ਰਹੀ ਹੈ, ਖਰਾਬ ਹੋ ਰਹੀ ਹੈ ਛਵੀ। ਬਿਲਕੁਲ। ਸੋ ਆਪਾਂ ਅੱਗੇ ਵੱਧਦੇ ਹਾਂ, ਹੁਣ ਆ ਜਾਈਏ, ਕਿਉਂਕਿ ਸਿਆਸਤ ਦਾ ਦੌਰ ਹੈ ਤੇ ਸਿਆਸਤ ਦੀਆਂ ਗੱਲਾਂ ਹੋਣੀਆਂ ਨੇ। ਤਾਂ ਹੁਣ ਇੱਕ ਗੱਠਜੋੜ ਵੀ ਹੋ ਗਿਆ, ਇੰਡੀਆ ਵੀ ਬਣ ਗਈ, ਇੱਕ ਫਰੰਟ ਵੀ ਬਣਾ ਲਿਆ ਗਿਆ, ਟੀਮ ਇੰਡੀਆ ਵਰਸਸ ਟੀਮ NDA। ਇੱਦਾਂ ਲੱਗਦਾ ਜਿਵੇਂ ਕੋਈ ਕ੍ਰਿਕਟ ਦੀ ਟਰੋਫੀ ਹੋਣ ਜਾ ਰਹੀ ਹੈ, 2024 ਦੀਆਂ ਇਲੈਕਸ਼ਨਸ ਨਹੀਂ ਹੋਣ ਜਾ ਰਹੀਆਂ। ਸੋ ਇਹ ਸਭ ਚੀਜ਼ਾਂ ਸਾਹਮਣੇ ਆ ਰਹੀਆਂ। ਸੋ ਆਮ ਆਦਮੀ ਪਾਰਟੀ ਉਹ ਵੀ ਕੋਸ਼ਿਸ਼ ਕਰ ਰਹੀ ਹੈ ਗੱਠਜੋੜ ਕਰਨ ਦੀ ਕਾਂਗਰਸ ਦੇ ਨਾਲ, ਪਰ ਕਾਂਗਰਸ ਕਹਿੰਦੀ ਹੈ ਨਾ ਜੀ ਨਾ, ਅਸੀਂ ਨਹੀਂ ਤੁਹਾਡੇ ਨਾਲ ਹੱਥ ਮਿਲਾਣਾ। ਕੋਰਾ ਜਵਾਬ ਦੇ ਦਿੱਤਾ ਗਿਆ। ਹੁਣ ਇਹ ਗੇਮ ਕਿੱਧਰ ਬੈਠੇਗੀ, ਜਿਹੜੀ ਇਹ ਸ਼ਤਰੰਜ ਦੇ ਪਾਸੇ ਨੇ, ਇਹ ਕਿੱਦਾਂ ਰੱਖੇ ਜਾਣਗੇ। ਐਕਚੁਅਲੀ ਜਿਹੜੇ ਬੰਗਲੁਰੂ ਵਿੱਚ ਗੱਠਜੋੜ ਦੀ ਮੀਟਿੰਗ ਹੋਈ ਹੈ, ਜਿਸ 'ਚ ਇੰਡੀਆ ਦਾ ਨਾਂ ਦਿੱਤਾ ਗਿਆ, ਜਿਹਦੇ ਵਿੱਚ ਸਾਰੇ ਕਾਰਕੁਨ ਇਕੱਠੇ ਹੋਏ ਆ, ਮੁੱਖ ਨੇਤਾ ਇਕੱਠੇ ਹੋਏ ਆ, ਉਹ ਤਾਂ ਜੁੜੇ ਆ, ਉਹਨਾਂ ਦਾ ਆਪਣਾ ਤਰੀਕੇ ਨਾਲ ਗੱਲ ਕਰ ਰਹੇ ਆ। ਪਰ ਜਿਹੜਾ ਇਹ ਇਸ ਵੇਲੇ ਇਹ ਖਫਾ ਹੋ ਗਿਆ, ਜਿਹੜਾ ਇਸ ਵੇਲੇ ਤੇੜਾਂ ਆ ਗਈਆਂ, ਉਹ ਖੇਤਰੀ ਪਾਰਟੀ ਦੇ ਵਿੱਚ ਹੈਗੀਆਂ। ਪੰਜਾਬ ਦੀ ਜਿਹੜੀ ਕਾਂਗਰਸ ਹੈ, ਇਹਦੇ ਜਿਹੜੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਦਲ ਦੇ ਨੇਤਾ ਨੇ, ਔਰ ਦੂਜੇ ਪਾਸੇ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੜਿੰਗ ਸਾਹਿਬ, ਉਹਨਾਂ ਦੋਵਾਂ ਨੇ ਇਹ 'ਤੇ ਇਤਰਾਜ਼ ਪ੍ਰਗਟਾਇਆ ਕਿ ਅਸੀਂ ਨਹੀਂ ਆਪ ਸਰਕਾਰ ਨਾਲ ਕੋਈ ਗੱਠਜੋੜ ਕਰਾਂਗੇ, ਸਾਡਾ ਇਹਨਾਂ ਨਾਲ ਦੂਰੀ ਬਣੀ ਰਹੂਗੀ। ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੀ ਵਿਰੋਧੀ ਪਾਰਟੀ ਦੂਜੀਆਂ ਬਣੀਆਂ ਨੇ, ਜਿਸ ਤਰ੍ਹਾਂ BJP ਦੀ ਇਹਨਾਂ ਨਾਲ ਹੈਗਾ, ਜਿਸ ਤਰ੍ਹਾਂ ਬਾਕੀ ਖੱਬੇ ਸੱਜੇ ਪਾਰਟੀਆਂ ਦੂਜੀਆਂ ਨੇ, BSP ਪਾਰਟੀ ਹੈਗੀ ਆ, ਅਕਾਲੀ ਦਲ ਹੈ, ਅਸੀਂ ਵੀ ਉਸੇ ਤਰ੍ਹਾਂ ਉਸੇ ਮੋਰਚੇ 'ਚ ਆਪਣੀ ਫਾਇਰਿੰਗ ਕਰਾਂਗੇ, ਅਸੀਂ ਉਹਨਾਂ ਨਾਲ ਨਹੀਂ ਜੁੜਾਂਗੇ। ਫਾਇਰਿੰਗ ਹੀ ਹੁੰਦੀ ਹੈ, ਜਿਹੜੇ ਬਿਆਨਬਾਜ਼ੀ ਹੈ ਫਾਇਰਿੰਗ ਹੀ ਹੈ, ਹਾਂ ਉਹ ਗੱਲ ਹੈ ਇਹਨਾਂ ਦੀ। ਔਰ ਇਹ ਹੁਣ ਉੱਥੇ ਜਾ ਕੇ ਇਹਨਾਂ ਨੇ ਡੇਰੇ ਲਾ ਲਏ ਦਿੱਲੀ, ਦੋਵਾਂ ਨੇਤਾ ਨੇ।
ਔਰ ਹੁਣ ਇਹ ਦੇਖੋ ਕਿ ਕਿਸ ਕਰਵਟ ਊਠ ਬੈਠਦਾ, ਕਿਉਂਕਿ ਉਹ ਗੱਠਜੋੜ ਤਾਂ ਨੈਸ਼ਨਲ ਆ। ਜੇ ਖੇਤਰੀ ਪਾਰਟੀਆਂ ਨੇ ਆਪਸੀ ਇਹ ਰੌਲਾ ਪਾਤਾ ਤੇ ਫਿਰ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੇ ਫਿਰ ਉਸੇ ਤਰ੍ਹਾਂ ਦਾ ਗੁੱਥਮ ਗੁੱਥਾ ਆਊਗਾ। ਔਰ ਜਿਹੜਾ ਇਹ ਫਾਇਦਾ ਇਹ ਸਾਰਿਆਂ ਨੂੰ ਜਾਊਗਾ, ਬੀਜੇਪੀ ਨੂੰ, ਇਹ ਜਿਹੜੀ ਭਾਜਪਾ ਪਾਰਟੀ ਇਹਨੂੰ ਫਾਇਦਾ ਜਾਊਗਾ ਕਿ ਖੇਤਰੀ ਪਾਰਟੀਆਂ ਵਿੱਚ ਇੱਥੋਂ ਵੀ 13 ਸੀਟਾਂ ਲੈਣੀਆਂ ਇਹਨਾਂ ਨੇ। 13 ਸੀਟਾਂ ਦੇ ਵਿੱਚ ਇਹਨਾਂ ਨੇ ਜੇ ਸਹਿਯੋਗ ਨਾ ਦਿੱਤਾ, ਜੇ ਕਾਂਗਰਸ ਦੇ ਤਾਂ ਆਪੋ ਵਿੱਚ ਨਾ ਇਕੱਠੇ ਹੋ ਕੇ ਵੀ ਆਪ ਨਾਲ ਨਹੀਂ ਇਹਨਾਂ ਨੇ ਸਹਿਯੋਗ ਦਿੱਤਾ, ਤੇ ਫਿਰ ਉਹੀ ਰੌਲਾ ਪੈ ਜਾਊਗਾ। 117 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਆਪੋ ਵਿੱਚ ਖਿੱਚਾਤੂਈ ਨਾਲ ਲੈਂਦੇ ਆ। ਅੱਗੇ ਤਾਂ ਇਹਨਾਂ ਨੂੰ ਮਿਲੀਆਂ ਇੱਕ ਦੋ ਦੋ ਹੀ ਆ, ਔਰ ਜਦੋਂ ਕਿ ਜਿਹੜੀ ਵੀ ਆਪ ਅੱਗੇ ਨਿਕਲ ਗਈ। ਪਰ ਆਉਣ ਵਾਲੇ ਸਮੇਂ 'ਚ ਹੁਣ ਆਪ ਦਾ ਕੀ ਦ੍ਰਿਸ਼ ਬਣਦਾ, ਕੀ ਸੀਨ ਬਣਦਾ, ਔਰ ਕਿਸ ਮੋਰਚੇ 'ਚ ਖੜ ਕੇ ਵੋਟਾਂ ਮੰਗਦੀ ਹੈ, ਕੀ ਕਰਦੇ ਆ, ਉਹ ਵੀ ਇਹਨਾਂ ਨੂੰ ਵੇਖਣਾ ਪਊ। ਲੋਕਾਂ ਨੇ ਕੰਮ ਵੇਖਣਾ ਕੀ ਕੀਤਾ, ਹੁਣ ਤੱਕ ਕੀ ਕੀਤਾ, ਐਨਾਲਿਸਿਸ ਕਰਕੇ ਫਿਰ ਵੋਟਾਂ ਮੰਗਣਗੇ। ਬਿਲਕੁਲ। ਹੁਣ ਜਿਹੜੀ ਮਹਾਰਾਸ਼ਟਰ 'ਚ ਅਗਲੀ ਮੀਟਿੰਗ ਹੋਣੀ ਹੈ ਇੰਡੀਆ ਦੀ, ਜਿਹੜਾ ਫਰੰਟ ਬਣਾਇਆ ਮੁੰਬਈ 'ਚ ਹੋਣੀ ਹੈ, ਉਹਦੇ ਵਿੱਚ ਸ਼ਾਇਦ ਇਹ ਦਿਲਚਸਪ ਗੱਲ ਹੋਏਗੀ ਦੇਖਣ ਵਾਲੀ ਕਿ ਸੀਟਾਂ ਕਿੱਦਾਂ ਵੰਡਦੇ ਨੇ, ਕਿਹਨੂੰ ਕਿੰਨੀ ਸੀਟ ਮਿਲੇਗੀ। ਹੁਣ ਇੱਥੇ ਆ ਕੇ ਜਿਹੜੇ ਐਂਬੀਸ਼ਨ ਰੱਖਦੇ ਨੇ ਪ੍ਰਾਈਮ ਮਿਨਿਸਟਰ ਬਣਨ ਦਾ, ਜਿੱਦਾਂ ਕਿਹਾ ਜਾਂਦਾ ਕਿ ਕਈ ਇਦਾਂ ਦੇ ਲੀਡਰ ਹੈਗੇ ਨੇ ਜਿਹੜੇ ਪ੍ਰਾਈਮ ਮਿਨਿਸਟਰ ਬਣਨ ਦੀ ਇੱਛਾ ਰੱਖਦੇ ਨੇ, ਉਹਨਾਂ ਨੂੰ ਆਪਣੀ ਉਹ ਇੱਛਾ ਇੱਕ ਪਾਸੇ ਰੱਖਣੀ ਪਏਗੀ। ਬਿਲਕੁਲ ਸਹੀ ਗੱਲ। ਆਪਣੀ ਇੱਛਾ ਛੱਡ ਕੇ ਤਾਂ ਇਸ ਇੰਡੀਆ ਫਰੰਟ ਦੇ ਵਿੱਚ ਉਹਨਾਂ ਨੂੰ ਕੰਮ ਕਰਨਾ ਪਏਗਾ ਲਾਈਕ ਅ ਟੀਮ, ਇੱਕ ਟੀਮ ਬਣਾ ਕੇ, ਤਾਂ ਸਰਵਾਈਵਲ ਹੈਗਾ, ਤਾਂ ਐਨਡੀਏ ਨੂੰ ਚੈਲੰਜ ਕਰ ਸਕਦੇ ਨੇ। ਜੇ ਹੁਣ ਮੋਦੀ ਸਰਕਾਰ ਜੇ ਹੈ ਨਾ, 2 ਵਾਰੀ ਬਣੇ ਆ, ਉਹਦੇ ਵਿੱਚ ਕੋਈ ਇੱਟ ਫੜਿੱਕਾ ਜਿਹਨੂੰ ਕਹਿੰਦੇ ਪੰਜਾਬੀ 'ਚ, ਕੋਈ ਟਕਰਾਅ ਨਹੀਂ ਹੋਇਆ। ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਆਰਾਮ ਨਾਲ ਉਹਨਾਂ ਨੇ ਗਾਰਲੈਂਡਿੰਗ ਕਰ ਦਿੱਤੀ ਹੈ ਪ੍ਰਾਈਮ ਮਿਨਿਸਟਰ ਨੂੰ, ਕਿਹਾ ਫੁੱਲਾਂ ਦੇ ਹਾਰ ਪਾਤੇ। ਉਹ ਐਕਚੁਅਲੀ ਮੋਦੀ ਸਾਹਿਬ ਨੂੰ ਪਹਿਲਾਂ ਹੀ ਨੋਮੀਨੇਟ ਕੀਤਾ ਹੋਇਆ ਕਿ ਉਹ ਸਾਡੇ ਪ੍ਰਧਾਨ ਮੰਤਰੀ ਨੇ। ਨਹੀਂ, ਫਿਰ ਉਸ ਤੋਂ ਬਾਅਦ ਵੀ ਰੌਲਾ ਪੈਂਦਾ ਹੁੰਦਾ, ਪਰ ਨਹੀਂ ਪਿਆ, ਰੌਲਾ ਨਹੀਂ ਪਿਆ। ਉਹਨਾਂ ਨੂੰ ਪਤਾ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਬਣਨਾ, ਸੀਤਾਰਮਨ ਨੇ ਫਾਈਨਾਂਸ ਮਿਨਿਸਟਰ ਬਣਨਾ, ਪਹਿਲਾਂ ਡਿਫੈਂਸ ਦੇ ਵੀ ਰਹੇ, ਰਾਜਨਾਥ ਡਿਫੈਂਸ ਮਿਨਿਸਟਰ ਬਣੇ ਆ, ਔਰ ਉਹਨਾਂ ਨੇ ਕਦੀ ਮਿਨਿਸਟਰੀ ਵਿੱਚ ਵੀ ਰੌਲਾ ਨਹੀਂ ਪਿਆ। ਇੰਨੇ ਸਿਆਣੇ ਲੋਕ ਆ ਔਰ ਇੰਨੇ ਸਿਆਣੀ ਪਾਰਟੀ ਆ। ਗੁੱਥਮ ਗੁੱਥਾ ਜਦੋਂ ਹੁੰਦਾ, ਲੜਾਈ ਝਗੜਾ ਹੋਊ, ਡਾਂਗ ਸੋਟਾ ਹੋਊਗਾ, ਇਹਨਾਂ ਵਿੱਚ ਹੋਊਗਾ। ਕਾਂਗਰਸ ਜਿਹੜੀ ਆਪ ਨਾਲ ਨਹੀਂ ਲੱਗਣਾ ਚਾਹ ਰਹੀ, ਇਹਨਾਂ ਦਾ ਆਪਸੀ ਡਾਂਗ ਸੋਟਾ ਇੱਥੇ ਬਹੁਤ ਹੋਇਆ। ਆਪਸੀ ਕਲੇਸ਼ ਜਿਹੜਾ ਘਰੇ ਇੱਥੇ ਇਹਨਾਂ ਦਾ ਜ਼ਿਆਦਾ ਹੋਇਆ। ਔਰ ਇਹ ਬੰਦੇ ਦੇਖੋ ਛੜੱਪੇ ਮਾਰ ਕੇ ਪਹਿਲੋਂ ਆਪ ਦੂਜੀਆਂ ਪਾਰਟੀਆਂ ਚਲੇ ਗਏ, ਹੁਣ ਇਹ ਗੱਲ ਕਰਦੇ ਆ ਆਪ ਨਾਲ ਨਹੀਂ ਅਸੀਂ ਰਲਣਾ। ਇਹ ਪਹਿਲੋਂ ਇਹਨਾਂ ਨੂੰ ਇਹ ਨਹੀਂ ਸੋਚ ਆਉਂਦੀ ਕਿ ਸਾਡੇ ਪਹਿਲੋਂ ਹੀ ਰਿਹਾ ਕੱਖ ਨਹੀਂ ਗਾ। ਜਾਖੜ ਸਾਹਿਬ ਬੀਜੇਪੀ 'ਚ ਜਾ ਕੇ ਪ੍ਰਧਾਨ ਬਣ ਗਏ ਆ। ਉਹਦੇ 'ਚ ਜਿਹੜੇ ਪਹਿਲੋਂ ਸਾਡੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ, ਉਹ ਬੀਜੇਪੀ 'ਚ ਜਾ ਰਲੇ ਆ। ਉਹ ਤੋਂ ਬਾਅਦ ਸਰਸਾ ਜੀ ਬੀਜੇਪੀ 'ਚ ਜਾ ਬੈਠੇ ਆ, ਔਰ ਉਹਦੇ ਵਿੱਚ ਕਈ ਜਿਹੜੇ ਇਹਨਾਂ ਦੇ ਕਰਤਾ ਧਰਤਾ ਨੇ ਸਾਰੇ ਉੱਠ ਕੇ ਉਹਨਾਂ ਪਾਰਟੀਆਂ 'ਚ ਚਲੇ ਗਏ ਆ। ਔਰ ਦੇਖੋ ਜਦੋਂ ਜਿੰਨੇ ਵੀ ਪਹਿਲਾਂ ਇਹ ਕੁਝ ਕਾਂਗਰਸ 'ਚੋਂ ਵੀ ਆ ਕੇ ਇਹਦੇ ਵਿੱਚ ਰਲੇ ਸੀਗੇ, ਔਰ ਅਕਾਲੀ ਦਲ 'ਚੋਂ ਆ ਕੇ ਕਾਂਗਰਸ 'ਚ ਗਏ ਆ। ਇਹ ਰਲੇ ਮਿਲੀਆਂ ਸਾਰੀਆਂ ਖਿਚੜੀ ਆ, ਜਿਹਨੂੰ ਖਿਚੜੀ ਕਹਿੰਦੇ ਆ ਨਾ, ਉਹ ਆ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਦਾਲਾਂ ਪਾ ਕੇ ਬਣਾ ਕੇ ਤੇ ਖਿਚੜੀ ਬਣਾ ਕੇ ਰੱਖ ਦਿੰਦੇ ਆ, ਤੇ ਚੌਲ ਹੀ ਵਿੱਚੋਂ ਨਜ਼ਰ ਆਉਂਦੇ ਆ। ਇਹ ਆਉਣ ਲੱਗਿਆ ਵੀ ਹੁਣ ਇਸੇ ਤਰ੍ਹਾਂ ਦਾ ਹੋਣਾ ਜਿਸ ਤਰ੍ਹਾਂ ਉਹਨੂੰ ਡਿਸਾਈਡ ਕਰਨਾ ਇਹਨਾਂ ਨੇ। ਵੈਸੇ ਜਿਹੜੀ ਗੁਣਾ ਪਾਇਆ ਇਹਨਾਂ ਨੇ, ਗੁਣਾ ਮਤਲਬ ਹੁੰਦਾ ਜਿਹੜੀ ਉਹਨਾਂ ਕਿਸਮਤ ਪੂਰੀ ਕੱਢੀ ਹੈ। ਵੈਸੇ ਰਾਹੁਲ ਗਾਂਧੀ ਦਾ ਨਾਂ ਜਾ ਰਿਹਾ। ਜੇ ਫੇਸਬੁੱਕ ਵੀ ਵੇਖੋ, ਫੇਸਬੁੱਕ 'ਤੇ ਵੀ ਲੋਕ ਕਹਿੰਦੇ ਆ ਕਿ ਦੇਸ਼ ਨੂੰ ਬਚਾਓ ਤੇ ਮੋਦੀ ਹਟਾਓ ਕਰ ਰਹੇ ਲੋਕ, ਔਰ ਇਸ ਤਰ੍ਹਾਂ ਦੇ ਨਾਅਰੇ ਵੀ ਆ ਰਹੇ ਆ। ਔਰ ਲੋਕਾਂ ਦਾ ਜ਼ਿਆਦਾ ਬਹੁਮਤ ਕੀ ਹੈਗਾ, ਕਿਸ ਪਾਸੇ ਕੌਣ ਹੈਗਾ, ਕੁਝ ਨਹੀਂ ਕਹਿ ਸਕਦਾ। ਇਲੈਕਸ਼ਨ ਆਉਣ ਵਾਲੀ ਕੀ ਕਰਦੀ ਹੈ, ਔਰ ਉਹਦੇ ਵਿੱਚ ਬੀਜੇਪੀ ਨੇ ਵੀ ਕੰਮ ਬਹੁਤ ਕੀਤੇ ਆ, ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਵਾ, ਔਰ ਜੋ 370 ਐਕਟ ਦੇ ਲਈ ਵੀ ਉਹਨਾਂ ਨੇ ਕੰਮ ਕੀਤਾ ਵਾ, ਹੈ ਨਾ। ਉਹਦੇ ਵਿੱਚ ਕਈ ਜਿਹੜੇ ਕੰਮ ਕੀਤੇ ਆ ਜਿਹੜੇ ਲੋਕਾਂ ਨੂੰ ਰਾਹਤ ਆਏ ਆ ਔਰ ਸਹੂਲਤਾਂ ਦਿੱਤੀਆਂ। ਕੱਲ੍ਹ ਹੀ ਪ੍ਰਧਾਨ ਮੰਤਰੀ ਨੇ 70,000 ਲੋਕਾਂ ਨੂੰ ਨੋਮੀਨੇਸ਼ਨ ਦਿੱਤੀ ਹੈ, ਨੌਕਰੀਆਂ ਦਿੱਤੀਆਂ, ਔਰ ਉਹਨਾਂ ਨੂੰ ਆ ਕੇ ਕਹਿਤਾ ਨਿਯੁਕਤੀ ਪੱਤਰ ਵੰਡ ਦਿੱਤੇ ਆ। ਬੜਾ ਕੁਛ ਹੁੰਦਾ। ਇਹ ਸਾਲ ਦੇ ਵਿੱਚ ਇਹਨਾਂ ਨੇ ਬਾਰਿਸ਼ ਕਰ ਦੇਣੀ ਹੈ ਲੋਕਾਂ ਨੂੰ ਸਹੂਲਤਾਂ ਦੀ। ਔਰ ਰਹੀ ਗੱਲ ਕਾਂਗਰਸ ਤੇ ਆਪਸੀ ਰਲਣ ਦੀ, ਆਪ ਵੀ ਜਿਹੜੀ ਹੈਗੀ ਉਹਨਾਂ ਨੇ ਆਰਡੀਨੈਂਸ ਦੇ ਜਿਹੜੇ ਲਈ ਉਹਨਾਂ ਦਾ ਸਮਰਥਨ ਕਰਤਾ ਬੀਜੇਪੀ ਦਾ। ਪੈਰ ਇਹਨਾਂ ਦੇ ਵੀ ਕਿਤੇ ਨਹੀਂ ਹੈਗੇ ਕਿ ਇਹ ਆਪਣੇ ਪੈਰਾਂ 'ਤੇ ਖਲੋਤੇ ਹੋਣ। ਨਾ ਤਾਂ ਆਪ ਦਾ ਪਤਾ ਲੱਗਦਾ, ਨਾ ਕਾਂਗਰਸ ਦਾ ਪਤਾ ਲੱਗਦਾ, ਨਾ ਅਕਾਲੀ ਦਲ ਦਾ ਪਤਾ ਲੱਗਦਾ। ਅਕਾਲੀ ਦਲ ਨੂੰ ਪਹਿਲਾਂ ਜਵਾਬ ਹੋ ਗਿਆ ਉੱਧਰੋਂ ਵੀ ਬੀਜੇਪੀ ਆਂਦੇ ਅਸੀਂ ਰਲ ਨਹੀਂ ਦੇਣਾ। ਇਹ ਹੁਣ ਇਸ ਵੇਲੇ ਪਤਾ ਕੀ ਹੈਗਾ, ਇਹ ਕਿਸ਼ਤੀਆਂ 'ਚ ਠਿੱਲ ਰਹੇ ਆ, ਅਤੇ ਕਿਸ਼ਤੀਆਂ ਜਿਹੜੇ ਚੱਪੂ ਲਾ ਰਹੇ ਉਹਨਾਂ ਨੂੰ ਪਤਾ ਲੱਗਦਾ ਪਾਣੀ ਕਿੱਥੇ ਹੈਗਾ, ਔਰ ਚੱਪੂ ਨਹੀਂ ਲੱਗ ਰਹੇ। ਔਰ ਕਿਸ਼ਤੀ ਚਲਾਉਣ ਵਾਲੇ ਜਿਹੜੇ ਆ ਉਹ ਵੀ ਧੁੰਦਲੇ ਜਲ ਲੱਗ ਰਹੇ ਆ, ਔਰ ਮੌਜਾਂ ਮਾਣ ਰਹੀ ਹੈ ਆਪ ਸਰਕਾਰ। ਦੇਖੋ ਕੌਣ ਮੌਜਾਂ ਮਾਣਦਾ, ਪਰ ਆਮ ਬੰਦਾ ਕਿੱਥੇ ਖੜਾ ਹੈ। ਆਮ ਆਦਮੀ ਪਾਰਟੀ ਤਾਂ ਹੈਗੀ ਆ, ਆਮ ਆਦਮੀ ਮੌਜਾਂ ਮਾਣਦਾ ਕਿ ਨਹੀਂ ਮਾਣਦਾ, ਇਹ ਕੰਸਰਨ ਹੋਣਾ ਚਾਹੀਦਾ। ਸੋ ਆਪਾਂ ਅੱਗੇ ਵਧੀਏ। ਇਹ ਅਕਾਲੀ ਦਲ ਕਹਿੰਦੇ ਨੇ ਕਿ ਟੁੱਟਣ ਦਾ ਖਦਸ਼ਾ ਪੈਦਾ ਹੋ ਗਿਆ। ਇਹ ਗੱਲ ਕਿੱਧਰ ਨੂੰ ਚਲੇ ਗਈ? ਸੁਖਬੀਰ ਬਾਦਲ ਭਾਜੀ, ਤੇ ਮੈਂ ਭਾਜੀ ਤਾਂ ਕਹਿਣਾ ਹੁੰਦਾ ਕਿਉਂਕਿ ਸਾਡੀ ਖੇਤਰੀ ਪਾਰਟੀ ਹੈ, ਵੱਡੇ ਭਰਾ ਜੀ ਨੇ, ਭਾਜੀ ਕਹਿਣਾ ਪੈਂਦਾ ਆਪਾਂ ਨੂੰ, ਔਰ ਕਹਿਣਾ ਚਾਹੀਦਾ ਵੀ ਆ। ਅੱਛੇ ਪੜ੍ਹੇ ਲਿਖੇ ਨੇ। ਪਿਛਲੀ ਵਾਰ ਯਾਤਰਾ ਤੇ ਵੀ ਨਿਕਲਣ ਲੱਗੇ ਸੀ, ਜਦੋਂ ਆਪਾਂ ਭਾਜੀ ਨੂੰ ਮਜ਼ਾਕ ਕਰਦੇ ਪਏ ਸੀ ਕਿ ਚਲੋ ਯਾਤਰਾ ਤੇ ਨਿਕਲੋ, ਫਿਟਨੈਸ ਵੀ ਜ਼ਰੂਰੀ ਆ। ਸੋ ਉਦੋਂ ਜਲੇਬੀਆਂ ਕੱਢਣ ਲੱਗ ਪਏ ਕਿਤੇ ਜਾ ਕੇ। ਸੋ ਇਹ ਸਭ ਚੀਜ਼ਾਂ ਨੇ, ਕਿਉਂਕਿ ਖਾਣ ਪੀਣ ਦੇ ਵੀ ਸ਼ੌਕੀਨ ਨੇ। ਪਰ ਇਹ ਕਿੱਧਰ ਨੂੰ ਗੱਲ ਤੁਰ ਪਈ ਆ?
ਜਿਹੜੀ ਇਹ ਅਕਾਲੀ ਪਾਰਟੀ ਦੇ ਵਿੱਚ ਟੁੱਟਣ ਦਾ ਖਦਸ਼ਾ ਪੈਦਾ ਹੋ ਗਿਆ? ਵੈਸੇ ਅਕਾਲੀ ਪਾਰਟੀ ਬਾਦਲ ਸਾਹਿਬ ਤੋਂ ਬਾਅਦ ਇਹਦੇ ਵਿੱਚ ਬੜੀਆਂ ਤ੍ਰੇੜਾਂ ਆਈਆਂ, ਬਹੁਤ ਕੁਝ ਹੋਇਆ। ਔਰ ਇਹਦੋਂ ਪਹਿਲਾਂ ਬਾਦਲ ਸਾਹਿਬ ਜਦੋਂ ਜੀਂਦੇ ਸੀਗੇ ਉਦੋਂ ਵੀ ਇਹਦੇ ਵਿੱਚ ਵਟਨ ਜਿਹੜੇ ਲੀਡਰ ਸੀ ਉਹਨਾਂ ਨੇ ਆਪਣੇ ਆਪਣੇ ਵੱਖਰੇ ਜਿਹੜੇ ਹੈਗੇ ਆ ਉਹ ਆਪਣੇ ਰਾਹ ਬਣਾ ਲਏ ਸੀਗੇ, ਜਿਨ੍ਹਾਂ ਵਿੱਚ ਸੇਵਾ ਸਿੰਘ ਸੇਖਵਾਂ ਨਹੀਂ ਰਹੇ ਸਾਡੇ 'ਚ, ਉਹ ਵੀ ਆ ਗਏ ਸੀ ਇਹ 'ਚੋਂ। ਬ੍ਰਹਮਪੁਰਾ ਸਾਹਿਬ ਵੀ ਨੇ ਵੀ ਪਾਰਟੀ 'ਚੋਂ ਅਲਵਿਦਾ ਕਹਿਤਾ ਸੀਗਾ। ਢੀਂਡਸਾ ਸਾਹਿਬ ਨੇ ਵੀ ਪਾਰਟੀ ਨੂੰ ਬੋਲਤਾ ਸੀ ਵੀ ਮੈਂ ਨਹੀਂ ਆਊਂਗਾ। ਔਰ ਢੀਂਡਸਾ ਸਾਹਿਬ ਨੇ ਆਪਣਾ ਬਣਾ ਲਿਆ ਸੀਗਾ ਮੁਹਾਜ਼ ਔਰ ਆਪਣੀ ਪਾਰਟੀ ਬਣਾ ਲਈ ਸੀਗੀ। ਔਰ ਇਹ ਜਿਹੜੇ ਪ੍ਰਮੁੱਖ ਨੇਤਾ ਸੀ ਇਹਨਾਂ ਨੇ ਅਕਾਲੀ ਦਲ ਛੱਡ ਦਿੱਤਾ ਸੀਗਾ। ਉਸ ਤੋਂ ਬਾਅਦ ਜਿਹੜੇ ਇਹ ਤੀਜੀ ਗੱਲ ਪਤਾ ਕੀ ਹੈਗੀ ਆ ਕਿ ਹਰਿਆਣਾ ਦੇ ਵਿੱਚ ਜਿਹੜੀ ਐਸਜੀਪੀ ਇਹਨਾਂ ਦੀ ਸ਼੍ਰੋਮਣੀ ਕਮੇਟੀ ਸੀ ਉਹ ਵੀ ਟੁੱਟ ਗਈ। ਉਹਦੇ ਵਿੱਚ ਜਿਹੜਾ ਵੀ ਉੱਥੋਂ ਦੀ ਹਰਿਆਣਾ ਨੇ ਆਪਣੀ ਸ਼੍ਰੋਮਣੀ ਕਮੇਟੀ ਬਣਾ ਲਈ, ਉਹ ਵੱਖਰੇ ਹੋ ਗਏ ਹਰਿਆਣਾ ਦੇ ਵੀ। ਔਰ ਦਿੱਲੀ ਦੇ ਵਿੱਚ ਹਰਮੀਤ ਕਾਲਕਾ ਉਹਨਾਂ ਨੇ ਵੱਖਰਾ ਆਪਣਾ ਮੁਹਾਜ਼ ਬਣਾ ਕੇ ਵੱਖਰੀ ਕਮੇਟੀ ਬਣਾ ਲਈ। ਦਿੱਲੀ ਤੋਂ ਵੀ ਇਹਨਾਂ ਦੀ ਗਈ ਔਰ ਹਰਿਆਣਾ ਤੋਂ ਵੀ ਗਈ, ਰਾਜਸਥਾਨ 'ਚ ਵੀ ਇਹਨਾਂ ਨੇ ਰੌਲਾ ਸੁਣ ਲਿਆ, ਉੱਧਰ ਵੀ ਟੁੱਟ ਰਿਹਾ। ਔਰ ਖੁਦ ਪੰਜਾਬ 'ਚ ਇਹਨਾਂ ਦੀਆਂ ਜੜ੍ਹਾਂ ਨੇ, ਇਹਨਾਂ ਦੇ 100 ਸਾਲ ਹੋ ਗਏ ਇਹਨਾਂ ਨੂੰ। 1920 ਦੀ ਬਣੀ ਹੈ ਇਹ ਅਕਾਲੀ ਪਾਰਟੀ। ਇਹ ਸੁਧਾਰ ਲਹਿਰ 100 ਸਾਲ ਤੋਂ ਉੱਤੇ ਹੋ 100 ਤੋਂ ਉੱਪਰ ਹੋ ਗਿਆ। ਔਰ ਇਹਨਾਂ ਦੇ ਇਹ ਤਾਂ ਗੋਲਡਨ ਜੁਬਲੀ ਤੋਂ ਉੱਪਰ ਚਲੇ ਗਈ ਹੈ। ਔਰ ਇਸ ਪਾਰਟੀ ਨੇ ਕੀਤਾ ਵੀ ਬਹੁਤ ਕੰਮ ਹੈ ਗਿਆ। 2007 2097 2012 ਵਿੱਚ ਲਗਾਤਾਰ ਜਿੱਤ ਪ੍ਰਾਪਤ ਕੀਤੀ ਹੈ। 2017 'ਚ ਇਹਨਾਂ ਨੂੰ ਥੋੜ੍ਹੀਆਂ ਸੀਟਾਂ ਮਿਲੀਆਂ, ਫਿਰ ਜਾ ਕੇ 2020 'ਚ ਤੇ ਫਿਰ ਬਿਲਕੁਲ ਨੁਕਰੇ ਲੱਗੀ ਪਾਰਟੀ। ਉਹਦੇ ਵਿੱਚ 3 ਸੀਟਾਂ ਇਹਨਾਂ ਨੂੰ ਮਿਲੀਆਂ, ਨਹੀਂ ਮਿਲੀਆਂ, ਜਿਹਦੇ 'ਚ ਆਪ ਸਰਕਾਰ ਆ ਗਈ ਆ। ਔਰ ਜੇ ਇਹਨਾਂ ਦਾ ਸਾਰਾ ਹੀ ਵੇਖੀਏ ਇਹਨਾਂ 'ਚ ਥੋੜ੍ਹੀ ਕੁਨਵਾ ਪ੍ਰਸਤੀ ਵੀ ਹੈਗੀ ਹੈ, ਕਿਉਂਕਿ ਇਸ ਗੱਲ ਤੋਂ ਨਾਰਾਜ਼ ਹੋ ਗਏ ਸੀਗੇ ਲੀਡਰ ਕਿ ਸੁਖਬੀਰ ਬਾਦਲ ਨੂੰ ਕਿਉਂ ਦੁਬਾਰਾ ਮੁੱਖ ਮੰਤਰੀ ਬਣਾਇਆ ਗਿਆ ਔਰ ਉਹਨਾਂ ਨੂੰ ਗ੍ਰਹਿ ਮੰਤਰੀ ਕਿਉਂ ਬਣਾਇਆ ਗਿਆ। ਔਰ ਦੂਜੇ ਜਿਹੜੇ ਪ੍ਰਮੁੱਖ ਨੇਤਾ ਸੀਗੇ ਢੀਂਡਸਾ ਵਰਗੇ ਸਿਆਣੇ ਲੋਕ ਸੀਗੇ, ਉਹ ਸਾਰੇ ਇਸ ਤੋਂ ਨਾਰਾਜ਼ ਹੋ ਗਏ। ਅਜੇ ਪ੍ਰੋਫੈਸਰ ਚੰਦੂਮਾਜਰਾ ਇਹਨਾਂ ਨਾਲ ਜੁੜੇ ਰਹੇ, ਉਹਨਾਂ ਨਾਲ ਹੈਗੇ ਆ ਕੁਝ ਨੇਤਾ ਹੈਗੇ ਆ, ਯੂਥ ਜਿਹੜੇ ਹੈਗੇ ਇਹਨਾਂ ਨਾਲ ਬਿਲਕੁਲ ਜੁੜੇ ਪਏ ਆ। ਇੱਕ ਕੋਰ ਕਮੇਟੀ ਇਹਨਾਂ ਦੀ ਆ, ਉਹ ਵੀ ਇਹਨਾਂ ਨਾਲ ਬਾਕਾਇਦਾ ਤੌਰ 'ਤੇ ਇਹਨਾਂ ਨਾਲ ਜੁੜੀ ਆ ਔਰ ਸਾਰਾ ਕੁਝ ਹੈਗਾ। ਔਰ ਸੁਖਬੀਰ ਬਾਦਲ ਨੇ ਪਿੰਡੋਂ ਪਿੰਡ ਜਾ ਕੇ ਐਤਕੀ ਬੜਾ ਲੋਕਾਂ ਨੂੰ ਸਹੂਲਤ ਦਿੱਤੀ ਆ, ਬਹੁਤ ਕੁਝ ਕੀਤਾ ਹੈਗਾ। ਔਰ ਦੇਖੋ ਜਿਹੜਾ ਤੁਸੀਂ ਗੱਲ ਕੀਤੀ ਕਿ ਲੋਕਾਂ ਲਈ ਯਾਤਰਾ ਚਾਹੀਦੀ, ਪਿੰਡੋਂ ਪਿੰਡ ਜਾਣਾ ਚਾਹੀਦਾ, ਲੋਕਾਂ ਨੂੰ ਨੇੜੇ ਆਉਣਾ ਚਾਹੀਦਾ ਹੈਗਾ। ਖਾਸ ਕਰਕੇ ਇਹਨਾਂ ਦੇ ਵੋਟ ਪਿੰਡਾਂ ਵਿੱਚ ਹੈਗੀ ਸੀ, ਪਿੰਡਾਂ ਵਿੱਚ ਸੀਗੀ, ਪਰ ਉਹ ਵੀ ਟੁੱਟਦੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਹੀ ਦੋਫਾੜ ਹੋ ਗਿਆ। ਅਕਾਲੀ ਦਲ ਵਿੱਚ ਹੀ ਇਸ ਵੇਲੇ ਉਥਲ ਪੁਥਲ ਆ ਗਈ ਹੈ। ਉਹੀ ਗੱਲ ਆਪਾਂ ਕਰ ਰਹੇ ਹਾਂ ਨਾ ਕਿ ਜਿਸ ਤਰ੍ਹਾਂ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਨੇ ਕੀਤੀ ਹੈ, ਸੁਖਬੀਰ ਬਾਦਲ ਜੀ ਨੂੰ ਵੀ ਇਦਾਂ ਦੀ ਕੋਈ ਯਾਤਰਾ ਕਰਨੀ ਚਾਹੀਦੀ ਹੈ। ਪੰਜਾਬ ਜੋੜੋ ਗੱਲ ਇਹ ਹੈ ਕਿ ਸੁਖਬੀਰ ਜੀ ਕੋਲੋਂ ਨਾ ਉਮੀਦਾਂ ਨੇ ਲੋਕਾਂ ਨੂੰ, ਕਿਉਂਕਿ ਬਹੁਤ ਵੱਡੀ ਵਿਰਾਸਤ ਵੱਡੇ ਬਾਦਲ ਸਾਹਿਬ ਛੱਡ ਕੇ ਗਏ ਨੇ, ਜਿਹੜੀ ਇਹਨਾਂ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਹੈ। ਤੇ ਜੇ ਇਹ ਟਰੈਕ ਤੋਂ ਇੱਧਰ ਉੱਧਰ ਹੁੰਦੇ ਨੇ ਤਾਂ ਲੋਕਾਂ ਨੂੰ ਬੜਾ ਦੁੱਖ ਹੋਣਾ, ਦਿਲ ਟੁੱਟਣੇ ਨੇ। ਕਿਉਂਕਿ ਬਾਦਲ ਸਾਹਿਬ ਨੇ, ਵੱਡੇ ਬਾਦਲ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ, ਕਿੱਥੋਂ ਕਿੱਥੇ ਉੱਠ ਕੇ 5 ਵਾਰੀ ਮੁੱਖ ਮੰਤਰੀ ਬਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਤੇ ਉਹ ਮਿਹਨਤ ਜ਼ਾਇਆ ਨਹੀਂ ਹੋਣੀ ਚਾਹੀਦੀ। ਇਹ ਸਾਰੀ ਜ਼ਿੰਮੇਵਾਰੀ ਸੁਖਬੀਰ ਬਾਦਲ ਜੀ ਦੇ ਉੱਤੇ ਹੈ। ਖੈਰ ਅਸੀਂ ਮਜ਼ਾਕ ਵਿੱਚ ਭਾਜੀ ਜ਼ਰੂਰ ਕਹਿ ਦਿੰਦੇ ਹਾਂ, ਪਰ ਨਾਲ ਅਸੀਂ ਇਹ ਵੀ ਕਹਿੰਦੇ ਹਾਂ ਕਿ ਖੇਤਰੀ ਪਾਰਟੀ ਹੈ ਸਾਡੀ ਪੰਜਾਬ ਦੀ, ਇਸ ਕਰਕੇ ਖੇਤਰੀ ਪਾਰਟੀ ਤੋਂ ਸਾਨੂੰ ਉਮੀਦ ਬੜੀ ਹੈ। ਪਰ ਇਹਦੇ ਵਿੱਚ ਜੇ ਅਸੀਂ ਗਿਣੀ ਹੈ ਨਾ, ਜਦੋਂ ਬਾਦਲ ਸਾਹਿਬ ਸੀਗੇ ਤਾਕਤ ਦੇ ਵਿੱਚ, ਜਦੋਂ ਉਹਨਾਂ ਕੋਲ ਸਾਰੇ ਪੰਜਾਬ ਦੀ ਪ੍ਰਭੂਸੱਤਾ ਸੀਗੀ, ਉਦੋਂ ਉਹਦੇ ਨਾਲ ਬੜਾ ਵੱਡਾ ਜੋੜ ਸੀ, ਬੜਾ ਵੱਡਾ ਗਰੁੱਪ ਸੀ ਇਹਨਾਂ ਦਾ, ਜਿਸ 'ਚ ਗੁਰਚਰਨ ਸਿੰਘ ਟੌੜਾ, ਜਿਹਦੇ ਵਿੱਚ ਸੰਤ ਫਤਿਹ ਸਿੰਘ ਉਸ ਤੋਂ ਪਹਿਲੋਂ ਔਰ ਹਰਚੰਦ ਸਿੰਘ ਲੌਂਗੋਵਾਲ, ਔਰ ਉਹਦੇ ਵਿੱਚ ਜਿਹੜੇ ਹੈਗੇ ਆ ਢੀਂਡਸਾ ਸਾਹਿਬ, ਉਹਦੇ ਵਿੱਚ ਬ੍ਰਹਮਪੁਰਾ ਜੀ, ਔਰ ਉਹਦੇ ਵਿੱਚ ਜਗਦੇਵ ਸਿੰਘ ਤਲਵੰਡੀ, ਬਹੁਤ ਅੱਛੇ ਨੇਤਾ ਸੀਗੇ। ਔਰ ਉਹ ਤੋਂ ਬਾਅਦ ਜਿਹਦੇ ਵਿੱਚ ਆਪਣੇ ਵਡਾਲਾ ਤੋਂ ਵੀ ਸੀਗੇ ਕੁਲਦੀਪ ਸਿੰਘ ਵਡਾਲਾ, ਔਰ ਉਸ ਤਰ੍ਹਾਂ ਦੇ ਨੇਤਾ ਉਹਦੇ ਸੀ। ਇਹਨਾਂ ਦਾ ਬਹੁਤ ਵੱਡਾ ਜਮਕਟਾ ਸੀ, ਜਿਹਦੇ ਵਿੱਚ ਇਹਨਾਂ ਨੇ ਰਲ ਕੇ ਪੰਜਾਬ ਦੇ ਵਿੱਚ ਖੁਸ਼ਹਾਲੀ ਵੀ ਲਿਆਂਦੀ ਔਰ ਪੰਜਾਬ ਦੀ ਪ੍ਰਭੂਸੱਤਾ ਨੂੰ ਸੰਭਾਲਿਆ ਵੀ। ਔਰ ਬਾਦਲ ਸਾਹਿਬ ਖੇਤੀਬਾੜੀ ਮੰਤਰੀ ਵੀ ਰਹੇ ਸੈਂਟਰ ਦੇ, ਬਰਨਾਲਾ ਸਾਹਿਬ ਰਹੇ ਉਦੋਂ। ਇਹ ਸਾਰੇ ਲੋਕ ਜਿਹੜੇ ਸੀ ਸਰਕਾਰਾਂ ਨੂੰ ਚਲਾਉਂਦੇ ਸੀ। ਫਿਰ ਹੌਲੀ ਟੁੱਟਦੇ ਗਏ, ਹੌਲੀ ਦੂਰ ਚਲੇ ਗਏ। ਤਲਵੰਡੀ ਸਾਹਿਬ ਵੀ ਦੂਰ ਚਲੇ ਗਏ, ਵਡਾਲਾ ਸਾਹਿਬ ਵੀ ਛੱਡ ਗਏ ਅਕਾਲੀ ਦਲ, ਔਰ ਉਹ ਖਿੰਡ ਗਿਆ, ਖੇਰੂ ਹੋ ਗਿਆ। ਇਸ ਕਰਕੇ ਖਿੰਡਣ ਨਾਲ ਯੂਨਾਈਟ ਨਹੀਂ ਰਹੇ, ਏਕਤਾ ਨਹੀਂ ਰਹੀ, ਔਰ ਉਦੋਂ ਬਾਅਦ ਦੂਜੀਆਂ ਪਾਰਟੀਆਂ ਨੂੰ ਇਹਦਾ ਜਿਹੜੀ ਫਾਇਦਾ ਮਿਲਿਆ। ਇਹ ਸਾਰਾ ਕੁਝ ਫਾਇਦਾ ਉਹ ਚੱਕ ਰਹੇ ਆ, ਇਹ ਪਾਰਟੀ ਟੁੱਟ ਰਹੀ ਹੈ। ਔਰ ਇਹ ਵੀ ਸੁਖਬੀਰ ਬਾਦਲ ਜੀ ਨੂੰ ਦੇਖਣਾ ਪੈਣਾ ਕਿ ਜਿਹੜੇ ਉਹਨਾਂ ਦੇ ਨਾਲ ਵੀ ਖੜੇ ਨੇ, ਪਾਰਟੀ ਦੇ ਵਿੱਚ ਨਾਲ ਵੀ ਖੜੇ ਨੇ, ਉਹਨਾਂ ਵਿੱਚੋਂ ਕਿੰਨੇ ਕੁ ਦਿਲੋਂ ਖੜੇ ਨੇ, ਸਹੀ ਗੱਲ, ਤੇ ਕਿੰਨੇ ਕੁ ਮਜਬੂਰੀ 'ਚ ਖੜੇ ਨੇ, ਇਹ ਵੀ ਦੇਖਣਾ ਜ਼ਰੂਰੀ ਹੈ। ਖਿੰਡ ਪੁੰਡ ਗਿਆ ਨਾ ਪਾਰਟੀ, ਖਿੰਡ ਪੁੰਡ ਗਿਆ, ਕਿਉਂਕਿ ਜਿਹੜੇ ਮਜਬੂਰੀ 'ਚ ਖੜੇ ਨੇ ਉਹ ਇੱਕ ਨਾ ਇੱਕ ਦਿਨ ਸਾਥ ਛੱਡ ਕੇ ਜਾਣਗੇ। ਜਿਹੜੇ ਦਿਲੋਂ ਖੜੇ ਨੇ ਉਹੀ ਮਿੱਤਰ ਨੇ। ਪਾਰਟੀ ਦੇ ਵਿੱਚ ਉਹ ਨਹੀਂ ਨਾ ਰਹਿ ਗਈ, ਹੁਣ ਟਿਕਟਾਂ ਲਈ ਗੱਲ ਰਹਿ ਗਈ। ਬੀਜੇਪੀ ਨਹੀਂ ਇਹਨਾਂ ਦੇ ਨੇੜੇ ਆਊਗੀ, ਬੀਜੇਪੀ ਨੇ ਤਾਂ ਸਾਫ਼ ਜਵਾਬ ਦਿੱਤਾ ਨਹੀਂ ਹੋਊਗੀ ਅਲਾਇੰਸ। ਬੀਐਸਪੀ ਜਿਹੜੀ ਹੈਗੀ ਆ ਬਹੁਜਨ ਸਮਾਜ ਪਾਰਟੀ, ਉਹ ਵੀ ਸ਼ਾਇਦ
ਰਵੇ ਜਾਂ ਨਾ ਰਹੇ। ਮਾਇਆਵਤੀ ਨੇ ਕਹਿਤਾ ਕਿ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ ਆਉਣ ਵਾਲੀ ਲੋਕ ਸਭਾ ਦੀ, ਔਰ ਇਹ ਫਿਰ ਜਦੋਂ ਇਕੱਲੇ ਰਹਿ ਗਏ ਇਹਨਾਂ ਨੂੰ 117 ਸੀਟਾਂ ਤੇ ਆਪ ਇਲੈਕਸ਼ਨ ਲੜਨੀ ਤਾਂ ਹੈ ਹੀ ਹੈ ਵਿਧਾਨ ਸਭਾ ਦੀ, ਜਿਹੜੀ 13 ਸੀਟਾਂ ਲਈ ਆਪਣੇ ਕੈਂਡੀਡੇਟ ਲੈਣਗੇ ਉਹਦੇ ਵਿੱਚ ਵੀ ਟਿਕਟ ਲਈ ਰੌਲਾ ਪਊਗਾ, ਉਹਦੇ ਵਿੱਚ ਵੀ ਲੜਾਈ ਹੁੰਦੀ ਹੈ, ਉਹ 'ਚ ਵੀ ਫੰਡਿੰਗ ਲਈ ਪੈਸੇ ਦੀ ਬੜਾ ਕੁਝ ਹੁੰਦਾ, ਕਿਉਂਕਿ ਉਹਦਾ ਹੁਣ ਇਸ ਵੇਲੇ ਸਾਰਾ ਮੁਹਾਜ਼ ਬਣ ਗਿਆ ਜਿਹੜੀ ਇਸ ਵੇਲੇ ਇਲੈਕਸ਼ਨ ਆਉਣੀ ਹੈ। ਬਿਲਕੁਲ, ਹੁਣ ਚਲਦੇ ਚਲਦੇ ਇਲੈਕਸ਼ਨਸ ਦੀਆਂ ਵੀ ਗੱਲਾਂ ਹੋ ਗਈਆਂ ਜੀ। ਮੋਦੀ ਸਾਹਿਬ ਦੀ ਗੱਲ ਕਰਦੇ ਆ, ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹ ਕਹਿ ਰਹੇ ਨੇ ਕਿ ਪਿਛਲੀ ਸਰਕਾਰ ਨੇ ਘਪਲਿਆਂ ਨਾਲ ਆਪਣਿਆਂ ਨੂੰ ਹੀ ਵੰਡੇ ਨੇ ਕਰਜ਼ੇ ਤੇ ਨੌਕਰੀਆਂ। ਉਹਨਾਂ ਨੇ ਆਪਣੀ ਸਰਕਾਰ ਦੀ ਗੱਲ ਕੀਤੀ ਹੈ, ਜਿਹੜੀ ਕਾਂਗਰਸ ਜਦੋਂ 2014 ਤੋਂ ਪਹਿਲਾਂ ਦੀ ਕਾਂਗਰਸ ਰਹੀ, ਉਹਨਾਂ ਨੇ ਕਿਹਾ ਪਹਿਲਾਂ ਤਾਂ ਬੈਂਕਾਂ ਦਾ ਇਹਨਾਂ ਨੇ ਸਤਿਆਨਾਸ਼ ਕੀਤਾ, ਰਾਸ਼ਟਰੀਕਰਨ ਕੀਤਾ, ਐਮਰਜੈਂਸੀ ਲਾਈ ਆ, ਔਰ ਉਹਦੇ 'ਚ 1969 ਦੇ ਵਿੱਚ ਐਮਰਜੈਂਸੀ ਲਾ ਕੇ ਉਹਦੇ ਵਿੱਚ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ। ਔਰ ਉਹ ਕਹਿੰਦੇ ਹੁਣ ਬੈਂਕਾਂ ਦੀ ਹਾਲਤ ਦੇਖੋ, ਜਦੋਂ ਮੈਂ ਆਇਆ ਕਹਿਣਗੇ ਕਿ ਇਸ ਵੇਲੇ ਬੈਂਕਾਂ ਦਾ ਸਟੇਟਸ ਦੇਖੋ, ਸਾਰੀਆਂ ਬੈਂਕਾਂ ਦਾ ਵਰਲਡ ਬੈਂਕਾਂ ਨਾਲ ਗੱਠਜੋੜ ਆ, ਉਹਨਾਂ ਦਾ ਟ੍ਰਾਂਜੈਕਸ਼ਨ ਆ, ਪੈਸਾ ਦੇ ਰਹੇ ਆ। ਕੱਲ੍ਹ ਹੀ ਉਹਨਾਂ ਨੇ ਵਿਰਚੁਅਲੀ ਜਿਹੜਾ ਵਿਜ਼ੂਅਲ ਕਾਨਫਰੰਸ ਨਾਲ ਜਿਹੜੇ ਨਿਯੁਕਤੀ ਪੱਤਰ ਵੰਡੇ ਆ, 70,000 ਦੇ ਕਰੀਬ ਜਿਹੜੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਔਰ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਜਿਹੜੇ ਘਪਲੇ ਪਹਿਲੋਂ ਹੋਏ ਆ ਉਹ ਪਿਛਲੀ ਸਰਕਾਰ ਦੇ ਅਸੀਂ ਸਮੇਟ ਰਹੇ ਹਾਂ, ਅਸੀਂ ਵੇਖ ਰਹੇ ਹਾਂ ਕਿ ਉਹਨਾਂ ਨੇ ਆਪਣਿਆਂ ਨੂੰ ਵੰਡੇ ਆ। ਜਿਹੜਾ ਰੇਵੜੀ ਕਲਚਰ ਦੀ ਗੱਲ ਕਰਦੇ ਆ ਵੀ ਅੰਨਾ ਵੰਡੇ ਰੇਵੜੀਆਂ ਤੇ ਮੁੜ ਕੋੜ ਆਪਣਿਆਂ ਨੂੰ ਦੇ, ਉਹਦੇ ਆਪਣਿਆਂ ਨੂੰ ਦਿੱਤਿਆਂ ਨਾਲ ਸਾਰਾ ਕੁਝ, ਨੌਕਰੀਆਂ ਵੀ ਦਿੱਤੀਆਂ, ਘਪਲੇ ਵੀ ਕੀਤੇ ਆ, ਪੈਸਾ ਵੀ ਵੰਡਿਆ, ਸਾਰਾ ਕੁਝ ਹੈਗਾ। ਇਹ ਜਦੋਂ ਕੋਈ ਸਰਕਾਰ ਰੂਲਿੰਗ ਪਾਰਟੀ ਹੁੰਦੀ ਆ, ਪਿਛਲੀਆਂ ਸਰਕਾਰਾਂ ਦੇ ਪੋਤਲੇ ਫੋਲਦੀ ਆ, ਉਹਨਾਂ ਵਿੱਚ ਜੋ ਗਲਤ ਕੰਮ ਕੀਤੇ ਹੁੰਦੇ ਕਰ ਜਾਂਦੀਆਂ ਵਾ, ਉਹਨਾਂ ਨੂੰ ਬਿਲਕੁਲ ਐਕਸਪੋਜ਼ ਕਰਨ ਲਈ, ਉਹਨਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਉਹਨਾਂ ਦਾ ਫਰਜ਼ ਬਣਦਾ, ਲਿਆਉਣਾ ਚਾਹੀਦਾ ਵੀ ਆ, ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਕਿਉਂਕਿ ਫਾਈਲਾਂ ਉਹਨਾਂ ਕੋਲ ਆ, ਉਹਦੇ ਵਿੱਚ ਜੋ ਸਾਈਨ ਹੋਇਆ, ਜਿਹਦੇ ਮੰਤਰੀ ਦੇ ਸਾਈਨ ਹੋਇਆ, ਹੋਮ ਮਿਨਿਸਟਰ ਦੇ ਹੋਇਆ, ਪ੍ਰਧਾਨ ਮੰਤਰੀ ਦੇ ਹੋਇਆ, ਉਹਨਾਂ ਨੂੰ ਪਤਾ ਕਿ ਕਿਹਦੀ ਮੋਹਰ ਨਾਲ ਇਹਨਾਂ ਨੂੰ ਨੌਕਰੀਆਂ ਮਿਲੀਆਂ, ਕੌਣ ਆਏ ਤੇ ਬੰਦੇ ਕੌਣ ਨੇ, ਇਹ ਪਿਛੋਕੜ ਇਹਨਾਂ ਦਾ ਕੀ ਆ। ਇਹ ਸਰਕਾਰੀ ਤੌਰ 'ਤੇ ਵੱਡੀਆਂ ਪਦਵੀਆਂ 'ਤੇ ਬੈਠੇ ਆ, ਜਿੱਥੇ IPS IAS ਬੰਦੇ ਵਿਚਾਰੇ ਮੂੰਹ ਨਹੀਂ ਅੱਗੇ ਕਰ ਸਕਦੇ, ਉੱਥੇ ਇਹਨਾਂ ਦੇ ਲੋਕ ਬੈਠੇ ਆ। ਇਹ ਸਾਰਾ ਜਿਹੜਾ ਖਲਜਾਗਣ ਆ ਉਹਨੂੰ ਇਹਨਾਂ ਨੇ ਐਕਸਪੋਜ਼ ਕੀਤਾ ਕਿ ਆਹ ਪਿਛਲੀ ਸਰਕਾਰਾਂ ਨੇ ਕੀਤਾ, ਆਹ ਲਓ ਨਿਯੁਕਤੀਆਂ ਪੱਤਰ ਮੁੰਡਿਓ, ਨੌਕਰੀਆਂ ਕਰੋ। ਔਰ ਮੈਂ ਉਹਨਾਂ 'ਤੇ ਫਿਰ ਨੌਕਰੀਆਂ ਕਹਿੰਦੇ ਦੇਣ ਦੀ ਹੋਰ ਤਜਵੀਜ਼ ਜਾਰੀ ਕਰੂੰਗਾ। ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਵੀ ਬੇਰੁਜ਼ਗਾਰ ਜਿਹੜੇ ਨੌਕਰੀਆਂ 'ਤੇ ਆ ਜਾਣਗੇ, ਉਹਨਾਂ ਨੂੰ ਅੱਛੇ ਸਕੇਲ ਵੀ ਦੇਵਾਂਗੇ, ਔਰ ਉਹਨਾਂ ਦੇ ਰਹਿਣ ਸਹਿਣ ਲਈ ਪ੍ਰਬੰਧ ਵੀ ਕੀਤਾ ਜਾਊਗਾ, ਫੂਡ ਦਾ, ਰਹਿਣ ਦਾ, ਖਾਣ ਦਾ, ਪੀਣ ਦਾ, ਸਾਰਾ ਕੁਝ ਕਰੂੰਗਾ। ਔਰ ਕੱਲ੍ਹ ਉਹਨਾਂ ਨੇ ਬੜਾ ਕੁਝ ਬੇਸ਼ੁਮਾਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਗੱਲਾਂ ਕੀਤੀਆਂ ਵੀ ਨੇ, ਔਰ ਆਪਣੇ ਵਾਅਦੇ ਵੀ ਕੀਤੇ ਨੇ। ਜੀ, ਲੋਕ ਜਿਹੜੇ ਨੇ ਉਹ ਫਿਰ ਉਹੀ ਗੱਲ ਕਰਦੇ ਨੇ ਕਿ ਸਦੀਆਂ ਤੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਵੱਖ-ਵੱਖ ਪਾਰਟੀਆਂ ਸਾਡੇ ਨਾਲ ਵਾਅਦੇ ਕਰਦੀਆਂ ਤੁਰੀਆਂ ਆ ਰਹੀਆਂ ਨੇ, ਔਰ ਕਿੰਨੇ ਕੁ ਵਾਅਦੇ ਪੂਰੇ ਹੁੰਦੇ ਪਏ ਨੇ, 75 ਸਾਲਾਂ ਦਾ ਇਤਿਹਾਸ ਦੱਸਦਾ ਹੈ। ਕਿਉਂਕਿ ਲੋਕ ਚਾਹੁੰਦੇ ਨੇ ਕਿ ਜਿਹੜੇ ਵਾਅਦੇ ਕਰੋ ਉਹ ਵਾਅਦੇ ਪੂਰੇ ਕਰੋ, ਪਰ ਜਦੋਂ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਫਿਰ ਲੋਕਾਂ ਨੇ ਤਾਂ ਆਵਾਜ਼ ਚੁੱਕਣੀ ਹੁੰਦੀ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਚਲਿਏ ਜੀ, ਜ਼ਰੂਰ। ਸਤਿ ਸ਼੍ਰੀ ਅਕਾਲ।